ਭਰਿਆ। तेते अवगुण हमारे सागर नीर भरिया। तेरे अवगुण हमारे दया करो किश मेहर उपावो। दया करो किछ मेहर उपावो। डुबत पत्थर तारे जियड़ा अगन बराबर तपै। जियड़ा अगन बराबर तपै। वर्णवत नानक हुक्म पछान। वर्णवत नानक हुक्म पछान। सुख होवे दिन राती। सुख होवे दिन राती। जेता चार पदार्थ लैणे। सेवा कर ले साधुआं दी। जेता चार पदार्थ लैणे। सेवा कर ले साधुआं दी। जेता चार पदार्थ लैणे। सेवा कर ले साधुआं दी। चार पदार्थ लैणे। सेवा कर ले साधुआं दी। सेवा कर
स्वामी एको चार पदारथ मांगे साध जना की सेवा लागे एको अपना दुख मिटावे हर हर नाम हृदय सजदावे परम सत्कार जो सतगुरां दी साडी और नवाजी गुरु खालसा साध संगत करो रसना पवित्र बुलाओ फतेह। आखो जी वाहिगुरु जी का खालसा और वाहिगुरु जी की फतेह। सारिਆਂ ਤੋਂ ਪਹਿਲਾਂ ਬੇਨਤੀ ਹੈ जिन्ने भी माई भाई वीर बजुर्ग बच्चे लंगर दे विच फालतू खड़े है बिना सेवादारां तो जा पंडाल तो बाहर तुरे फिरदे है सारिया संगतां नूं बेनती है भाई पंडाल विच सजन की कृपालता करो। ये जेड़ा जोड़ मेला महापुरखां दी याद विच मना रहे हाँ इन्हां विच सफले उही होने जिन्हां दी जीव विचों परमात्मा दा नाम आऊगा जेड़े सत्संगत करनगे। काम तां आपां घरां विच भी करदे आ भांडे आपां घरां विच भी मांजदे आ गुरु घर आके सेवा करनी सिमरन करना सब तो उत्तम गल है। महापुरखां दा संग बिना कर्मा तो नहीं मिलता। जिन्हां नूं साधुआं दा संग मिलदा है ਉਹ आम जीव नहीं हुंदे जिन मस्तक तुर हर लिखिया तिन्ना सतगुर मिलिया राम राजे राम राजे। अज्ञान अंधेरा कटिया गुर ज्ञान घट बलिया। जिन्हां दे मत्थे ते लिखिया होया चंगा कर्म जिहदे मत्थे ते धुरों ही लिखिया होया उन्हां नूं सत्संग दा सुभाग समा मिलदा है। बिन भागा सत्संग न लभै बिन संगत मैल परिजय जियो परिजय जियो। एवें नहीं साधु साडे दुनिया दे लोग अपने कीते कर्म भोगन संसार ते पैदा हुंदे है। साडे दुनिया दे लोग
ਆਪਣੇ ਕੀਤੇ ਕਰਮ ਭੁਗਤਣ ਆਉਂਦੇ ਆ, ਪਰ ਸਾਧੂਆਂ ਦੀ ਅਕਾਲ ਪੁਰਖ ਵੱਲੋਂ ਖੁਦ ਡਿਊਟੀ ਲੱਗੀ ਹੁੰਦੀ ਆ। ਸੰਗਤ ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਜਿਨ੍ਹਾਂ ਨੂੰ ਪਰਮਾਤਮਾ ਘੱਲਦਾ ਹੈ ਤੇ ਜਿਨ੍ਹਾਂ ਦੇ ਪ੍ਰਥਾਏ ਬਾਣੀ ਦੀਆਂ ਪੰਗਤੀਆਂ ਕਹਿੰਦੀਆਂ, ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਏ ਜਾਹੇ। ਜਿਨ੍ਹਾਂ ਨੂੰ ਪ੍ਰਮਾਤਮਾ ਘੱਲਦਾ ਹੈ, ਸੰਸਾਰ ਦੇ ਪਰਉਪਕਾਰ ਕਰਨੇ, ਸਾਧੂ ਦਾ ਕੇਵਲ ਇੱਕੋ ਹੀ ਕਰਮ ਹੁੰਦਾ ਹੈ, ਟੁੱਟੀਆਂ ਰੂਹਾਂ ਨੂੰ ਗੰਢਣਾ। ਸੰਗਤ ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਜਿਹੜੇ ਰੱਬ ਤੋਂ ਵਿਛੜੇ ਨੇ ਉਹਨਾਂ ਨੂੰ ਰੱਬ ਨਾਲ ਮਿਲਾਉਣਾ। ਜਿਹੜੇ ਰੱਬ ਤੋਂ ਵਿਛੜੇ ਨੇ ਉਹਨਾਂ ਨੂੰ ਰੱਬ ਵਾਲੇ ਰਸਤੇ ਪਾਉਣਾ ਸਭ ਤੋਂ ਉੱਤਮ ਕੰਮ ਹੈ ਸੇਵਾ ਦਾ। ਸਾਰਿਆਂ ਤੋਂ ਔਖਾ ਕੰਮ ਹੈ ਨਾਮ ਜਪਣਾ। ਸੰਗਤ ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਘਰਾਂ ਦੇ ਕੰਮ ਕਰਨੇ ਸੌਖੇ ਐ, ਪਸ਼ੂ ਪਾਲਣੇ, ਬੱਚੇ ਪਾਲਣੇ ਸੌਖੇ ਐ, ਪਰ ਕਿਰਤੀ ਹੈ ਜੋ ਕੁੱਲ ਕਾਇਨਾਤ ਦੇ ਵਿੱਚ, ਮਾਤ ਲੋਕ ਦੇ ਵਿੱਚ ਜਿਸ ਜੀਵ ਨੇ ਜਨਮ ਲੈਤਾ ਹੈ ਉਹਨੇ ਆਪਣੇ ਕਰਮ ਭੋਗ ਕੇ ਮਰਨਾ ਹੈ, ਪਰ ਜਿਸ ਨੇ ਜਨਮ ਲੈਤਾ ਹੈ ਉਹਨੂੰ ਰਿਜ਼ਕ ਵੀ ਮਿਲ ਜਾਣਾ ਹੈ। ਸੰਸਾਰ ਦੇ ਕੋਈ ਬਿਨਾਂ ਰਿਜ਼ਕ ਤੋਂ ਨਹੀਂ ਰਹਿ ਸਕਦਾ। ਸੰਗਤ ਗੱਜ ਕੇ ਆਖੋ ਸਤਨਾਮ। ਸਾਧ ਸੰਗਤ ਜੀ, ਜੇ ਬਿਨਾਂ ਰਿਜ਼ਕ ਤੋਂ ਰਹਿ ਸਕਦਾ ਹੈ ਤਾਂ ਕੌਣ ਰਹਿ ਸਕਦਾ ਹੈ? ਆਪ ਸੰਗਤਾਂ ਨੇ ਇਤਿਹਾਸ ਸੁਣਿਆ, ਜਦੋਂ ਸੰਤੋਖ ਸਰੋਵਰ ਦੀ ਸੇਵਾ ਆਰੰਭ ਹੋਈ ਤਾਂ ਸਾਧ ਸੰਗਤ ਜੀ 4 ਜੁਗਾਂ ਦਾ ਬੈਠਾ ਥੱਲੋਂ ਸੰਤੋਖਾ ਜੋਗੀ ਨਿਕਲਿਆ। ਪਹਿਲੇ ਜੁਗ ਦਾ ਬੈਠਾ ਚੌਥੇ ਜੁਗ ਵਿੱਚ ਨਿਕਲਿਆ। ਤਾਂ ਕਿਹਨੇ ਉਹਨੂੰ ਰਿਜ਼ਕ ਦਿੱਤਾ? ਰਿਜ਼ਕ ਦੀ ਜਿਹੜੀ ਵਾਸਨਾ ਹੈ, ਸਾਡੇ ਦੁਨੀਆ ਦੇ ਲੋਕ ਉਸ ਵਾਸਨਾ ਦੇ ਨਾਲ ਜੁੜ ਜਾਂਦੇ ਆ, ਪਰ ਜਦੋਂ ਕੋਈ ਰੱਬ ਨਾਲ ਜੁੜ ਜਾਂਦਾ ਹੈ, ਜਦੋਂ ਕੋਈ ਅਕਾਲ ਪੁਰਖ ਦੇ ਨਾਲ ਜੁੜ ਜਾਂਦਾ ਹੈ, ਜਦੋਂ ਕੋਈ ਬੰਦਗੀ ਕਰਦਾ ਹੈ, ਜਦੋਂ ਕੋਈ ਪਰਮੇਸ਼ਰ ਦੇ ਭਾਣੇ ਵਿੱਚ ਚੱਲਦਾ ਹੈ, ਤੇ ਜਿਹੜਾ ਚੱਲਦਾ ਤੇ ਉਹਨੂੰ ਸਾਧ ਸੰਗਤ ਜੀ ਸੰਤੋਖ ਵੀ ਦੇ ਦਿੰਦਾ। ਸੰਗਤ ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ ਜੀ। ਇਸ ਮਹਾਤਮਾ ਦੇ ਪਾਵਨ ਅਤੇ ਪਵਿੱਤਰ ਸਥਾਨ ਤੇ ਆਪਾਂ ਸਾਰੇ ਜੁੜਿਆ। ਆਜੋ ਭਾਈ, ਆਜੋ ਭਾਈ, ਆਜੋ। ਜੇ ਬਾਬਾ ਬਾਲਕ ਦਾਸ ਜੀ ਆਪ ਜੁੜੇ ਸਨ ਭਗਵਾਨ ਸ੍ਰੀ ਚੰਦ ਨਾਲ, ਤਾਂ ਆਪਾਂ ਸਾਰੇ ਅੱਜ ਬਾਬਾ ਬਾਲਕ ਦਾਸ ਜੀ ਦੇ ਨਾਲ ਜੁੜੇ ਹਾਂ। ਜੇ ਮਹਾਂਪੁਰਖ ਭਗਵਾਨ ਸ੍ਰੀ ਚੰਦ ਨਾਲ ਨਾ ਜੁੜੇ ਹੁੰਦੇ
ਅੱਜ ਇਸ ਜਗ੍ਹਾ ਤੇ ਇਹ ਮੇਲਾ ਨਹੀਂ ਸੀ ਲੱਗਣਾ। ਸੰਗਤ ਕੱਢ ਕੇ ਆਖੋ ਸਤਨਾਮ। ਇਸ ਜਗ੍ਹਾ ਤੇ ਮੇਲਾ ਨਹੀਂ ਲੱਗਣਾ, ਪਰ ਇਸ ਜਗ੍ਹਾ ਤੇ ਜੇ ਮੇਲਾ ਲੱਗਿਆ, ਭਾਗ ਲੱਗੇ ਤਾਂ ਭਗਵਾਨ ਸ੍ਰੀ ਚੰਦ ਨੇ ਲਾਏ। ਸਾਰੇ ਪੜ੍ਹੀਏ ਪ੍ਰੇਮ ਨਾਲ। ਜਿਹਦੇ ਡੇਰਿਆਂ ਚ ਵੇਖੇ ਮੇਲੇ ਲੱਗਦੇ, ਹੋ ਗਏ ਨੇ ਦੀਵਾਨੇ ਸਾਰੇ ਸ੍ਰੀ ਚੰਦ ਦੇ। ਜਿਹਦੇ ਡੇਰਿਆਂ ਚ ਵੇਖੇ ਮੇਲੇ ਲੱਗਦੇ, ਹੋ ਗਏ ਨੇ ਦੀਵਾਨੇ ਸਾਰੇ ਸ੍ਰੀ ਚੰਦ ਦੇ। ਜਿਹਦੇ ਡੇਰਿਆਂ ਚ ਵੇਖੇ ਮੇਲੇ ਲੱਗਦੇ, ਵੇਨੇ ਦੀਵਾਨੇ ਸਾਰੇ ਸ੍ਰੀ ਚੰਦ ਦੇ। ਜਿਹਦੇ ਡੇਰਿਆਂ ਚ ਵੇਖੇ ਮੇਲੇ ਲੱਗਦੇ, ਹੋ ਗਏ ਦੀਵਾਨੇ ਸਾਰੇ ਸ੍ਰੀ ਚੰਦ ਦੇ। ਸਾਰੇ ਬੋਲੋ ਭਾਈ। ਜਿਹਦੇ ਡੇਰਿਆਂ ਚ ਵੇਖੇ ਮੇਲੇ ਲੱਗਦੇ, ਹੋ ਗਏ ਨੇ ਦੀਵਾਨੇ ਸਾਰੇ ਸ੍ਰੀ ਚੰਦ ਦੇ। ਜਿਹਦੇ ਡੇਰਿਆਂ ਚ ਵੇਖੇ ਮੇਲੇ ਲੱਗਦੇ, ਹੋ ਗਏ ਨੇ ਦੀਵਾਨੇ ਸਾਰੇ ਸ੍ਰੀ ਚੰਦ ਦੇ। ਜਿਹਦੇ ਡੇਰਿਆਂ ਚ ਵੇਖੇ ਮੇਲੇ ਲੱਗਦੇ, ਹੋ ਗਏ ਨੇ ਦੀਵਾਨੇ ਸਾਰੇ ਸ੍ਰੀ ਚੰਦ ਦੇ। ਜਿਹਦੇ ਡੇਰਿਆਂ ਚ ਵੇਖੇ ਮੇਲੇ ਲੱਗਦੇ, ਹੋ ਗਏ ਨੇ ਦੀਵਾਨੇ ਸਾਰੇ ਸ੍ਰੀ ਚੰਦ ਦੇ। ਹੋ ਗਏ ਨੇ ਦੀਵਾਨੇ ਸਾਰੇ ਸ੍ਰੀ ਚੰਦ ਦੇ। ਭਾਗਾਂ ਵਾਲੇ ਆਣ ਕੇ ਦੀਦਾਰ ਕਰ ਲੋ, ਭਾਗਾਂ ਵਾਲੇ ਆਣ ਕੇ ਦੀਦਾਰ ਕਰ ਲੋ। ਓ ਭਾਗਾਂ ਵਾਲੇ ਆਣ ਕੇ ਦੀਦਾਰ ਕਰ ਲੋ, ਭਾਗਾਂ ਵਾਲੇ ਆਣ ਕੇ ਦੀਦਾਰ ਕਰ ਲੋ। ਭਾਗਾਂ ਵਾਲੇ ਆਣ ਕੇ ਦੀਦਾਰ ਕਰ ਲੋ, ਭਾਗਾਂ ਵਾਲੇ ਆਣ ਕੇ ਦੀਦਾਰ ਕਰ ਲੋ। ਭਾਗਾਂ ਵਾਲੇ ਆਣ ਕੇ ਦੀਦਾਰ ਕਰ ਲੋ, ਸੋਹਣੇ ਉੱਤੇ ਬੈਠੇ ਬਾਬਾ ਸ੍ਰੀ ਚੰਦ ਜੀ। ਭਾਗਾਂ ਵਾਲੇ ਆਣ ਕੇ ਦੀਦਾਰ ਕਰ ਲੋ, ਸੋਹਣੇ ਉੱਤੇ ਬੈਠੇ ਬਾਬਾ ਸ੍ਰੀ ਚੰਦ ਜੀ। ਓ ਭਾਗਾਂ ਵਾਲੇ ਆਣ ਕੇ ਦੀਦਾਰ ਕਰ ਲੋ, ਸੋਹਣੇ ਉੱਤੇ ਬੈਠੇ ਬਾਬਾ ਸ੍ਰੀ ਚੰਦ ਜੀ। ਭਾਗਾਂ ਵਾਲੇ ਆਣ ਕੇ ਦੀਦਾਰ ਕਰ ਲੋ, ਸੋਹਣੇ ਉੱਤੇ ਬੈਠੇ ਬਾਬਾ ਸ੍ਰੀ ਚੰਦ ਜੀ। ਭਾਗਾਂ ਵਾਲੇ ਆਣ ਕੇ ਦੀਦਾਰ ਕਰ ਲੋ, ਸੋਹਣੇ ਉੱਤੇ ਬੈਠੇ ਬਾਬਾ ਸ੍ਰੀ ਚੰਦ ਜੀ। ਭਾਗਾਂ ਵਾਲੇ ਆਣ ਕੇ ਦੀਦਾਰ ਕਰ ਲੋ, ਸੋਹਣੇ ਉੱਤੇ ਬੈਠੇ ਬਾਬਾ ਸ੍ਰੀ ਚੰਦ ਜੀ। ਭਾਗਾਂ ਵਾਲੇ ਆਣ ਕੇ ਦੀਦਾਰ ਕਰ ਲੋ, ਸੋਹਣੇ ਉੱਤੇ ਬੈਠੇ ਬਾਬਾ ਸ੍ਰੀ ਚੰਦ ਜੀ। ਭਾਗਾਂ ਵਾਲੇ ਆਣ ਕੇ ਦੀਦਾਰ ਕਰ ਲੋ, ਸੋਹਣੇ ਉੱਤੇ ਬੈਠੇ ਬਾਬਾ ਸ੍ਰੀ ਚੰਦ ਜੀ। ਜਿਹਦੇ ਡੇਰਿਆਂ ਚ ਵੇਖੇ ਮੇਲੇ ਲੱਗਦੇ, ਜਿਹਦੇ ਡੇਰਿਆਂ ਚ ਵੇਖੇ ਮੇਲੇ ਲੱਗਦੇ। ਵੇਖੇ ਮੇਲੇ ਲੱਗਦੇ, ਦੀਵਾਨੇ ਸਾਰੇ ਸ੍ਰੀ ਚੰਦ ਦੇ। ਜਿਹਦੇ ਡੇਰਿਆਂ ਚ ਵੇਖੇ ਮੇਲੇ ਲੱਗਦੇ, ਹੋ ਗਏ ਨੇ ਦੀਵਾਨੇ ਬਾਬਾ ਸ੍ਰੀ ਚੰਦ ਦੇ। ਜਿਹਦੇ ਡੇਰਿਆਂ ਚ ਵੇਖੇ ਮੇਲੇ ਲੱਗਦੇ, ਹੋ ਗਏ ਨੇ ਦੀਵਾਨੇ ਬਾਬਾ ਸ੍ਰੀ ਚੰਦ ਦੇ। ਜਿਹਦੇ ਡੇਰਿਆਂ ਚ ਵੇਖੇ ਮੇਲੇ ਲੱਗਦੇ, ਹੋ ਗਏ ਨੇ ਦੀਵਾਨੇ ਸਾਰੇ ਸ੍ਰੀ ਚੰਦ ਦੇ। ਜਿਹਦੇ ਡੇਰਿਆਂ ਚ ਵੇਖੇ ਮੇਲੇ ਲੱਗਦੇ, ਹੋ ਗਏ ਨੇ ਦੀਵਾਨੇ ਸਾਰੇ ਸ੍ਰੀ ਚੰਦ ਦੇ।
सारी करामात भगवान श्री चंद दी है। भगवान श्री चंद जी वो महात्मा होए ने जिन्हों अकाल पुरख की गोद विच खेडण दा सुभाग समा प्राप्त होया। कोई छोटी मोटी गल नहीं। मैं रात भी बेनती करी सी, सब तो वध बचन कमाया भगवान श्री चंद ने गुरु नानक साहब ने। ते साडे भुले हुए लोग कहते हैं जे भगवान श्री चंद ने तो बचन ही नहीं कमाया। गुरु नानक साहब ने जदों 4 उदासियां कीतियां करतारपुर आए ते मन विच आया जे मेरे घर दे विच केवल परमात्मा दा नाम ही जपिया जाएगा, परमात्मा दे नाम तो बिना कोई गल नहीं होवेगी। ते बचन कमाया साधुआं वाला भेद भगवान श्री चंद नूं दिता ते बचन कीता कहते केवल नाम जपना है, नाम की गल करनी है। ते भगवान श्री चंद जी की 149 साल की उम्र सी। 149 साल की उम्र सी भगवान श्री चंद जी। पर जदों देखना संगतां ने दीदार करने, जदों भी देखना तो भगवान श्री चंद जी का पद्म आसन लाया होंदा, चौकड़े ते बैठे सारी जिंदगी। जदों संगतां नूं दीदार होने, भगवान श्री चंद दे नेत्र बंद, पद्म आसन लग्या होना ते समाधि विच जुड़े होने। पर जिन्हों बचन कर देंदे सी वो पार ही हो जाता सी। ते अज भी जे भगवान श्री चंद का नाम लेके अरदास करते हैं, साडियां संगतां दी भावना अज भी पूरी होंदी। क्यों होंदी है? गुरु नानक साहब दे सपुत वचन मनण वाले बाबा श्री चंद जी ते भाई लहणा जी, इन्हां दी बखरियां बखरियां ड्यूटियां सन। जेड़े दूजे कदी नशीन होए ने वो बाबा गुरदित्ता जी होए ने 79 मत दे विच। बाबा गुरदित्ता दीन दुनी का टिक्का, जो वर मंगया सोई दिता, सोई वर दिता। भगवान श्री चंद तो बाद जेड़े दूजे गद्दी नशीन होया है बाबा गुरदित्ता जी होया है। बाबा गुरदित्ता जी कौन सन? बाबा गुरदित्ता जी दे पिता जी कौन सन? ते बाबा गुरदित्ता जी दे पुत्र कौन सन? संगत गज के आखो सतनाम। कमाल दी गल है। साडे लोग भगवान श्री चंद दी 4 किताबां पढ़ के निंदा करी जांदे आ। जी दा पिता भी गुरु, ते जी दा पुत भी गुरु। वो कौन सन? वो कौन सन? बाबा गुरदित्ता जी। संगत गज के आखो सतनाम श्री वाहिगुरु जी। गुरु हरगोबिंद साहब सच्चे पातशाह कहंदे आ बाबा गुरदित्ता जी नूं, कहंदे गुरदित्ता जी अड़ा थोड़ा समा पहला बच्चे रौला पाउंदे सीगे, बच्चे रौला पाउंदे सी, बच्चे चुप नहीं सी करदे। असल विच
9 ਮਹੀਨੇ 13 ਦਿਨ ਮਾਤਾ ਬੱਚੇ ਨੂੰ ਗਰਭ ਵਿੱਚ ਰੱਖਦੀ ਹੈ। ਜਿਹੜੀ ਅਸਲੀ ਪਰਵਰਿਸ਼ ਜਿਹਦਾ ਪ੍ਰਭਾਵ ਬੱਚੇ ਤੇ ਪੈਂਦਾ ਹੈ ਉਹ ਮਾਤਾ ਦੇ ਗਰਭ ਵਿੱਚ ਹੈ। ਸੰਗਤ ਗੱਜ ਕੇ ਆਖੋ ਸਤਨਾਮ। ਮਾਤਾ ਤੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ਮਨਹੁ ਕਿਉ ਵਿਸਾਰੀਐ ਏ ਵੱਡ ਦਾਤਾ ਜੇ ਅਗਨ ਮੈਂ ਆਹਰ ਪਹੁੰਚਾਵੇ। ਕਮਾਲ ਦੀ ਗੱਲ ਹੈ। ਆਪਾਂ ਤਾਂ ਧਰਤੀ ਤੇ ਤੁਰੇ ਫਿਰਦੇ ਆ, ਅਕਾਲ ਪੁਰਖ ਦਾ ਮਾਤਾ ਦੇ ਗਰਭ ਦੇ ਵਿੱਚ ਵੀ ਭੋਜਨ ਦੇ ਦਿੰਦਾ। ਜਿਹਨੂੰ ਖੁਦਾ ਕਹਿੰਦੇ ਆ, ਜਿਹਨੂੰ ਗੌਂਡ ਕਹਿੰਦੇ ਆ, ਪ੍ਰਮਾਤਮਾ ਕਹਿੰਦੇ ਆ, ਅਕਾਲ ਪੁਰਖ ਕਹਿੰਦੇ ਆ, ਮਾਤਾ ਦੀ ਗਰਭ ਵਿੱਚ ਵੀ ਭੋਜਨ ਦੇ ਦਿੰਦਾ ਹੈ। ਪੱਥਰਾਂ 'ਚ ਕੀੜਿਆਂ ਨੂੰ ਪਾਲ ਦਿੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਕਹਿੰਦੇ ਆ ਬਾਬਾ ਗੁਰਦਿੱਤ ਜੀ ਨੂੰ, ਕਹਿੰਦੇ ਗੁਰਦਿੱਤ ਜੀ ਸਾਡੀ ਨੂੰਹ ਨੂੰ ਕਹੋ ਜੇ 25 ਸ੍ਰੀ ਜਪਜੀ ਸਾਹਿਬ ਦੇ ਪਾਠ ਕਰਿਆ ਕਰੇ। ਸਾਡੀ ਨੂੰਹ ਦੇ ਕੁੱਖੋਂ ਗੁਰੂ ਨਾਨਕ ਦੇ ਘਰ ਦੇ 7ਵੇਂ ਵਾਰਸ ਨੇ ਜਨਮ ਲੈਣਾ। ਤੇ ਸਾਡੇ ਲੋਕ 4 ਕਿਤਾਬਾਂ ਪੜ੍ਹ ਕੇ ਸਾਧੂਆਂ ਦੀ ਨਿੰਦਿਆ ਕਰੀ ਜਾਂਦੇ ਆ। ਕਮਾਲ ਦੀ ਗੱਲ ਹੈ। ਸਾਨੂੰ ਇਹੋ ਜਿਹੇ ਤਰੀਕੇ ਨਾਲ ਭੇਖ ਤੋਂ, ਬਾਣੀ ਤੋਂ, ਬਾਣੇ ਤੋਂ ਤੋੜਿਆ ਜਾ ਰਿਹਾ ਹੈ ਤੇ ਸਾਡੇ ਲੋਕ ਉਹਨਾਂ ਮਗਰ ਲੱਗ ਕੇ ਬੜੇ ਭੈੜੀ ਸ਼ਬਦਾਵਲੀ ਵਰਤਦੇ ਆ ਗੁਰੂਆਂ ਪ੍ਰਤੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਗੁਰਦਿੱਤ ਜੀ ਸਾਡੀ ਨੂੰਹ ਨੂੰ ਕਹੋ ਜਪਜੀ ਸਾਹਿਬ ਦੇ 25 ਪਾਠ ਕਰਿਆ ਕਰੇ ਰੋਜ਼ਾਨਾ। ਬਾਬਾ ਗੁਰਦਿੱਤ ਜੀ ਕਹਿੰਦੇ ਸਤ ਵਚਨ ਮਹਾਰਾਜ ਹੁਕਮ ਕਹਿੰਦੇ ਸਾਡੀ ਨੂੰਹ ਦੇ ਕੁੱਖੋਂ ਗੁਰੂ ਘਰ ਦੇ 7ਵੇਂ ਵਾਰਸ ਨੇ ਜਨਮ ਲੈਣਾ ਹੈ, ਗੁਰੂ ਹਰਿ ਰਾਏ ਸਾਹਿਬ ਨੇ। ਬਾਬਾ ਗੁਰਦਿੱਤਾ ਜੀ ਉਦਾਸੀ ਮਤ ਦੇ ਦੂਸਰੇ ਕਦੀਮ ਸਿੰਘ ਸਨ। ਸਾਧ ਸੰਗਤ ਜੀ ਮਹਾਂਪੁਰਖ ਸੰਸਾਰ ਦੇ ਆਪਣੇ ਕਰਮ ਭੋਗਣ ਨਹੀਂ ਆਉਂਦੇ। ਸਾਡੇ ਦੁਨੀਆ ਦੇ ਲੋਕ ਆਪਣੇ ਕਰਮ ਭੋਗਣ ਆਉਂਦੇ ਆ। ਸਾਧੂ ਤਾਂ ਟੁੱਟੀਆਂ ਨੂੰ ਕੱਢ ਦਿੰਦੇ ਆ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਟੁੱਟੀਆਂ ਨੂੰ ਕੱਢ ਦਿੰਦੇ ਆ। ਮੈਂ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਰਦਾ। ਸ੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਛੰਨਾ ਵਾਲੇ ਮਹਾਂਪੁਰਖਾਂ ਦੀ ਸੰਪਰਦਾ ਦੇ ਵਿੱਚ ਸ੍ਰੀਮਾਨ ਸੰਤ ਬਾਬਾ ਭਾਗ ਸਿੰਘ ਜੀ ਘਨੌਰ ਵਾਲੇ ਮਹਾਂਪੁਰਖ ਹੋਇਆ, ਬ੍ਰਹਮ ਗਿਆਨੀ ਮਹਾਂਪੁਰਖ ਹੋਇਆ। ਸੰਤ ਬਾਬਾ ਕਿਰਪਾਲ ਸਿੰਘ ਜੀ ਕਿਹਾ ਕਰਦੇ ਸੀ, ਕਹਿੰਦੇ ਭਾਗ ਸਿੰਘ ਸਾਡੀ ਜੀਵ ਹੈ। ਭਾਗ ਸਿੰਘ ਭਾਈ ਸਾਡੀ ਜੀਵ ਹੈ। ਤੇ ਬਾਬੇ ਭਾਗ ਸਿੰਘ ਨੇ ਬਾਬੇ ਕਿਰਪਾਲ ਸਿੰਘ ਦਾ ਬਚਨ ਕਮਾਇਆ ਤੇ ਕਿਹੋ ਜਿਹਾ ਜੀਵਨ ਬਣ ਗਿਆ। ब्रह्म ज्ञानी सदा निर्लेप जैसे जल में कमल अलेप। ब्रह्म ज्ञानी सदा निर्दोष जैसे सूर सर्व को शोक। ब्रह्म ज्ञानी का दृष्ट समान जैसे राज रंग को लागा तुल। ब्रह्म ज्ञानी का धीरज एक ज्यों बसोदा को खोदा को चंदन लेप। ये ब्रह्म ज्ञानी की अवस्था है।
ब्रह्म ज्ञानी सद जीव नहीं मरता। सारे पढ़िए प्रेम नाल। महापुरुखां नूं बेनती है बाबा जी आ जाओ इधर। सद जीव नहीं मरता ब्रह्म ज्ञानी ब्रह्म ज्ञानी। सद जीव नहीं मरता ब्रह्म ज्ञानी ब्रह्म ज्ञानी। जीव नहीं मरता ब्रह्म ज्ञानी ब्रह्म ज्ञानी। सजीव नहीं मरता ब्रह्म ज्ञानी ब्रह्म ज्ञानी। अरे बोलो भाई बोलो। सद जीव नहीं मरता ब्रह्म ज्ञानी ब्रह्म ज्ञानी। 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 सद जीव नहीं मरता सद जीव नहीं मरता सद जीव नहीं मरता सद जीव नहीं मरता। 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 सद जीव नहीं मरता सद जीव नहीं मरता सद जीव नहीं मरता सद जीव नहीं मरता। सद जीव नहीं मरता सद जीव नहीं मरता। सद जीव नहीं मरता सद जीव नहीं मरता। सद जीव नहीं मरता ब्रह्म ज्ञानी ब्रह्म ज्ञानी। 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 सद जीव नहीं मरता ब्रह्म ज्ञानी। श्रीमान संत बाबा भाग सिंह जी की करनी शब्द की कमाई। ਇਹ ਤਿੰਨ ਪਿੰਡਾਂ ਦੀ ਜੂਹ ਪੈਂਦੀ ਸੀ। ਇੱਕ ਧਨੌਰ ਕਲਾਂ ਦੀ, ਇੱਕ ਹਾਥਣ ਦੀ, ਇੱਕ ਕਲੇਰਾਂ ਦੀ। ਜਦੋਂ ਕੋਈ ਸਮਾਂ ਸੀਗਾ ਉੱਥੇ ਬਹੁਤ ਭੈੜੀ ਲੜਾਈ ਹੋਈ ਸੀ। ਕੁਝ ਨੌਜਵਾਨ ਉੱਥੇ ਮਾਰੇ ਗਏ ਸਨ। ਉਹ ਭੜਕਦੇ ਫਿਰਦੇ, ਰੂਹਾਂ ਭੜਕਦੀਆਂ ਫਿਰਦੀਆਂ ਨੇ। ਤਿੰਨਾਂ ਪਿੰਡਾਂ ਦੀ ਜਿਹੜੀ ਸੰਗਤ ਹੈ ਅੰਦਰ ਡਰ ਬੜਾ ਹੈ। ਦੁਪਹਿਰ ਵੇਲੇ ਆਪਣਾ ਕੰਮ ਕਾਰ ਨਿਬੇੜ ਕੇ ਜ਼ਿਮੀਂਦਾਰ ਘਰਾਂ ਨੂੰ ਵਾਪਸ ਆ ਜਾਂਦੇ ਤੇ श्रीमान संत बाबा भाग सिंह जी ब्रह्म की अवस्था विच बैठे रहते सन। एक कमाल की गल है, जेड़ा मात लोक विच नाम जपदा है, जेड़ा मात लोक दे विच नाम जप के अपने शरीर नूं लेखे ला दिंदा है, पर दुनिया उन्हां नूं पागल कहन लग जाती है। संगत गज के आखो सतनाम श्री वाहिगुरू। राम वियोगी ना जिए,
ਜੀਏ ਤਾਂ ਬੌਰਾ ਹੋਏ। ਰਾਮ ਦੇ ਵਿਛੋੜੇ ਵਿੱਚ ਜਿਹੜਾ ਜੀਵਨ ਜੁੜ ਜੇ ਤੇ ਸਾਧ ਸੰਗਤ ਸਾਡੇ ਦੁਨੀਆ ਦੇ ਲੋਕ ਉਹਨੂੰ ਪਾਗਲ ਕਹਿੰਦੇ ਐ, ਪਰ ਰੱਬ ਦੀ ਨਿਗਾਹ ਦੇ ਵਿੱਚੋਂ ਸੱਚਾ ਭਗਤ ਹੁੰਦਾ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਣੀ ਦੀਆਂ ਪੰਕਤੀਆਂ ਕਹਿੰਦੀਆਂ, ਰੰਗ ਹੱਸੇ ਰੰਗ ਰੋਵੇ ਚੁੱਪ ਭੀ, ਪਰਵਾਹ ਨਹੀਂ ਕਿਸੇ ਕਿਹੜੀ ਬਾਜ ਸੱਚੇ ਨਾਏ। ਦਰਬਾਰ ਉੱਪਰ ਖਰਚ ਮੰਗਾ ਜਪੈ ਦੇ ਤਾਂ ਖਾਏ। ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ ਕਰ ਲੈ ਲੇਖਾ ਪੀੜ ਛੁਟੈ ਨਾਨਕਾ ਜੋ ਤੇਲ। ਤੇ ਸਾਧ ਸੰਗਤ ਜਿਹੜਾ ਉਹ ਤਿੰਨ ਪਿੰਡਾਂ ਦੀ ਜੂਹ ਦੇ ਵਿਚਾਲੇ ਟਿੱਬਾ ਸੀਗਾ, ਉਹਨੂੰ ਖੂਨੀ ਟਿੱਬਾ ਬੋਲਦੇ ਸੀ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਖੂਨੀ ਟਿੱਬਾ ਤਾਂ ਕਹਿੰਦੇ ਸੀ, ਉੱਥੇ ਨੌਜਵਾਨਾਂ ਦਾ ਕਤਲ ਹੋਇਆ ਸੀ, ਜਿੱਥੋਂ ਲੋਕ ਭੈ ਕਰਦੇ ਸੀ ਦੁਪਹਿਰ ਵੇਲੇ ਘਰਾਂ ਨੂੰ ਵਾਪਸ ਆ ਜਾਂਦੇ। ਤੇ ਉਸ ਜਗ੍ਹਾ ਤੇ ਇੱਕ ਦਿਨ ਜਾ ਕੇ ਸੰਤ ਬਾਬਾ ਭਾਗ ਸਿੰਘ ਜੀ ਨੇ ਸਮਾਧੀ ਲਾ ਲਈ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। 7 ਦਿਨ ਅਸੀਂ 1 ਘੰਟਾ ਨਹੀਂ ਬੈਠ ਸਕਦੇ। 1 ਘੰਟਾ ਬੈਠ ਕੇ ਨਾਮ ਜਪਣਾ ਬਹੁਤ ਔਖਾ ਹੈ। 1 ਘੰਟਾ ਚੌਂਕੜੇ ਜਿਵੇਂ ਕਿ ਨਾਮ ਨਹੀਂ ਜਪ ਸਕਦੇ। ਬਾਬਾ ਭਾਗ ਸਿੰਘ ਜੀ ਬ੍ਰਹਮ ਗਿਆਨੀ ਸਤਿਪੁਰਸ਼ 7 ਦਿਨ ਇੱਕ ਚੌਂਕੜੇ 'ਚ ਬੈਠੇ ਰਹੇ। ਸੰਗਤ ਗੱਜ ਕੇ ਆਖੋ ਸਤਨਾਮ। 7 ਦਿਨ। ਤੇ ਭਾਈ ਗੁਰਨਾਮ ਸਿੰਘ ਵਰਗੇ, ਭਾਈ ਨਿਹਾਲ ਸਿੰਘ ਵਰਗਿਆਂ ਨੇ ਬੇਨਤੀ ਕਰੀ, ਬਾਬਾ ਜੀ ਇਸ ਜਗ੍ਹਾ ਤੇ ਦੁਪਹਿਰ ਵੇਲੇ ਲੋਕ ਭੈ ਕਰਨ ਲੱਗ ਜਾਂਦੇ ਨੇ, ਇੱਥੇ ਨੌਜਵਾਨ ਭੜਕਦੀਆਂ ਰੂਹਾਂ ਫਿਰਦੀਆਂ, ਜੇ ਤੁਸੀਂ ਇੱਥੇ 7 ਦਿਨ ਇਕੱਲੇ ਬੈਠੇ ਰਹੇ। ਤੇ ਬਾਬਾ ਭਾਗ ਸਿੰਘ ਮਹਾਰਾਜ ਕਹਿਣ ਲੱਗੇ, ਕਹਿੰਦੇ ਭਾਈ ਕੌਣ ਕਹਿੰਦਾ ਮੈਂ ਇੱਥੇ ਇਕੱਲਾ, ਮੇਰੇ ਤਾਂ ਇੱਥੇ ਸਾਥੀ ਬਹੁਤ ਨੇ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਭਾਈ ਨਿਹਾਲ ਸਿੰਘ ਕਹਿੰਦਾ ਬਾਬਾ ਜੀ ਦਿਖਾਓ ਫਿਰ ਸਾਨੂੰ ਕੌਣ ਹੈ ਇੱਥੇ। ਤੇ ਬਾਬੇ ਭਾਗ ਸੋਰੀ ਕਹਿੰਦੇ ਭਾਈ ਨੇਤਰ ਬੰਦ ਕਰੋ। ਨੇਤਰ ਬੰਦ ਕੀਤੇ ਸਾਰਿਆਂ ਨੇ। ਜਦੋਂ ਨੇਤਰ ਬੰਦ ਕਰੇ ਤੇ ਬਾਬੇ ਭਾਗ ਸਿੰਘ ਨੇ ਨੇਤਰ ਖੋਲੇ। ਸਾਰਿਆਂ ਦੇ ਨੇਤਰ ਬੰਦ ਤੇ ਬਾਬੇ ਭਾਗ ਸਿੰਘ ਨੇ ਨੇਤਰ ਖੋਲੇ। ਨੇਤਰ ਖੋਲ ਕੇ ਦ੍ਰਿਸ਼ਟੀ ਮਾਰੀ ਤਾਂ ਸਾਧ ਸੰਗਤ ਜਿੰਨੀਆਂ ਰੂਹਾਂ ਉੱਥੇ ਭੜਕਦੀਆਂ ਸੀ, ਸਾਰੀਆਂ ਉੱਥੇ ਸਮਾਧੀ ਵਿੱਚ ਬੈਠ ਕੇ ਨਾਮ ਜਪ ਰਹੀਆਂ ਸੀ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸੰਤ ਬਾਬਾ ਭਾਗ ਸਿੰਘ ਜੀ ਨੇ ਨਾਮ ਇੰਨਾ ਜਪਿਆ, ਆਪਦੇ ਸਰੀਰ ਦੀ ਕਿਰਿਆ ਤੱਕ ਧਿਆਨ ਨਹੀਂ ਰਿਹਾ ਤੇ ਲੋਕੀ ਉਹਨੂੰ ਭਾਗ ਸਿੰਘ ਕਮਲਾ ਕਹਿਣ ਲੱਗ ਗਏ ਸੀ। ਫਿਰ ਉਸ ਦਿਨ ਸੰਗਤਾਂ ਨੂੰ ਪਤਾ ਲੱਗ ਗਿਆ ਜਿਹਨੂੰ ਅਸੀਂ ਕਮਲਾ ਕਹਿੰਦੇ ਆ ਤੇ ਉਹ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਦੇ ਬਖਸ਼ੇ ਹੋਏ ਮਹਾਂਪੁਰਖ ਨੇ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਮਹਾਂਪੁਰਖ ਜੋ ਨਾਮ ਜਪਦੇ ਬ੍ਰਹਮ ਅਵਸਥਾ ਵਿੱਚ ਚਲੇ ਗਏ, ਜਿਹੜੇ ਉੱਥੇ ਗੁਰੂ ਘਰ ਦੇ ਵਿੱਚ ਸੇਵਾਦਾਰ ਰਹਿੰਦੇ ਸੀ, ਉਹ ਹਿਰਖਾ ਬੜੀ ਕਰਦੇ ਸੀ। ਕੁਝ ਲੋਕ ਹਰੇਕ ਨਗਰ ਦੇ ਵਿੱਚ ਹੁੰਦੇ ਨੇ ਨਿੰਦਕ, ਹਰੇਕ ਨਗਰ ਦੇ ਵਿੱਚ ਨਿੰਦਕ ਜ਼ਰੂਰ ਹੁੰਦੇ ਨੇ। ਉੱਥੇ ਗੁਰੂ ਘਰ ਦੇ ਬਿਲਕੁਲ ਸਾਹਮਣੇ 2 ਮਕਾਨ ਸਨ। ਉਹ ਮਹਾਂਪੁਰਖਾਂ ਨਾਲ ਬੜੀ ਹਿਰਖਾ ਕਰਿਆ ਕਰਦੇ ਸੀ। ਇੱਕ ਦਿਨ ਭਾਈ ਨਿਹਾਲ ਸਿੰਘ ਕਹਿੰਦਾ ਬਾਬਾ ਜੀ ਇਹਨਾਂ ਨੂੰ ਕਿਵੇਂ ਸਮਝਾਈਏ, ਥੋੜੀ ਨਿੰਦਿਆ ਬੜੀ ਕਰਦੇ ਆ। ਤੇ ਬਾਬਾ ਭਾਗ ਸੋਰੀ ਕਹਿੰਦੇ ਭਾਈ ਰੇਤ ਦੀ ਢੇਰੀ ਆ, ਉਹ ਉੱਡ ਜਾਣੀ ਆ। ਸੱਚਮੁੱਚ ਹੁਣ ਜਾ ਕੇ ਵੇਖਦੇ ਆ ਨਾ, ਜਦੋਂ ਨਮਸਕਾਰ ਕਰਦੇ ਆ ਗੁਰੂ ਘਰੋਂ ਨਿਕਲਦੇ ਆ ਬਾਹਰ, ਤੇ ਜਿਹੜੀ ਜਗ੍ਹਾ 'ਚ ਉਹ ਨਿੰਦਕ ਰਹਿੰਦੇ ਸੀਗੇ ਉਹ ਜਗ੍ਹਾ ਹੀ ਉੱਜੜ ਗਈ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਜਗ੍ਹਾ ਹੀ ਉੱਜੜ ਗਈ। ਸੰਤਾਂ ਨਾਲ ਬੈਰ ਕਮਾਮ ਦੇ
ਦੁਸ਼ਟਾਂ ਨਾਲ ਮੋਹ ਪਿਆਰ, ਅੱਗੇ ਪਿੱਛੇ ਸੁਖ ਨਹੀਂ ਮਰ ਜੰਮੈ ਵਾਰੋ ਵਾਰ। ਜਿਹੜਾ ਬੰਦਾ ਸਾਧੂਆਂ ਦੀ ਨਿੰਦਿਆ ਕਰਦਾ ਹੈ, ਜਿਹੜਾ ਬੰਦਾ ਸਤਿਪੁਰਸ਼ਾਂ ਦੀ ਸਤਸੰਗੀਆਂ ਦੀ ਨਿੰਦਿਆ ਕਰਦਾ ਹੈ, ਕਹਿੰਦੇ ਦੁਨੀਆ 'ਚ ਤਾਂ ਜਿਹੜਾ ਰੋਗੀ ਉਹਨੇ ਹੋਣਾ ਹੀ ਹੋਣਾ ਹੈ। ਉਹਦੀ ਦਰਗਾਹ ਵਿੱਚ ਵੀ ਕੋਈ ਬਾਣੀ ਨਹੀਂ ਫੜਦਾ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਗਿਣਤੀ ਹੁੰਦੀ ਆ ਨਾ, ਉਦੋਂ ਜਮਦੂਤ ਫਿਰ ਬਾਹਾਂ ਤੋਂ ਖਿੱਚ ਕੇ ਸਾਈਡ ਕਰ ਦਿੰਦੇ ਨੇ। ਜੇ ਇਹ ਮਹਾਂਪੁਰਖਾਂ ਨਾਮ ਜਪਣ ਵਾਲਿਆਂ ਦੀ ਨਿੰਦਿਆ ਕਰਦਾ ਸੀ, ਉਦੋਂ ਫਿਰ ਭੀੜੀਆਂ ਗਲੀਆਂ ਵਿੱਚ ਦੀ ਘੜੀਸ ਕੇ ਲਿਜਾਂਦੇ ਨੇ। ਉਹਨੂੰ ਦੱਸਦੇ ਨੇ ਜੇ ਤੂੰ ਮਹਾਂਪੁਰਖਾਂ ਦੀ ਸਤਿਪੁਰਸ਼ਾਂ ਦੀ ਨਿੰਦਿਆ ਕਰੀ ਸੀ, ਇਹਦੀ ਸਜ਼ਾ ਇਹ ਹੈ। ਪਰ ਮਹਾਂਪੁਰਖ ਤਾਂ ਉਹ ਹੁੰਦਾ ਤੇ ਜਿਹੜਾ ਦਰਗਾਹ ਵਿੱਚ ਵੀ ਬਾਂਹ ਫੜ ਲੇ। ਸ਼੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਂਪੁਰਖ, ਸ਼੍ਰੀਮਾਨ ਸੰਤ ਬਾਬਾ ਭਾਈ ਭਾੜੂ ਮਹਾਂਪੁਰਖ, ਸ਼੍ਰੀਮਾਨ ਸੰਤ ਬਾਬਾ ਬਾਲਕ ਦਾਸ ਜੀ, ਇਹ ਉਹ ਸਤਿਪੁਰਸ਼ ਨੇ ਜਿਹੜੇ ਸਦਾ ਅਮਰ ਨੇ, ਜਿਹੜੇ ਸਦਾ ਧਰਤੀ ਤੇ ਰਹਿਣਗੇ, ਜਿਹੜੇ ਸਦਾ ਸਾਡੀਆਂ ਅਰਦਾਸਾਂ ਸੁਣਨਗੇ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਬਾਲਕ ਦਾਸ ਜੀ ਕਿਸੇ ਪਾਸੇ ਨਹੀਂ ਗਏ ਭਾਈ, ਸਾਡਾ ਵਹਿਮ ਹੈ। ਇਹਨਾਂ ਮਹਾਂਪੁਰਖਾਂ ਦੇ ਵਿੱਚ ਤੇ ਆ ਸੰਗਤਾਂ ਵਿੱਚ ਹੀ ਬਾਬਾ ਬਾਲਕ ਦਾਸ ਜੀ ਵਰਤਦੇ ਆ। ਰਾਤ ਦੱਸਿਆ, ਕਹਿੰਦੇ ਇੱਥੇ ਬੋਰ ਕਰਨ ਲੱਗੇ ਸੀ। ਉਹ ਬੋਰ ਕਰਨ ਵਾਲਿਆਂ ਦੀ ਭਾਵਨਾ ਕੁਛ ਐਸੀ ਸੀ, ਉਹ ਬਾਬਾ ਬਾਲਕ ਦਾਸ ਜੀ ਨੂੰ ਭਾਈ ਦੀ ਚੰਗੀ ਨਹੀਂ ਲੱਗੀ। ਕਹਿੰਦੇ ਸਾਰਾ ਸਮਾਨ ਧਰਤੀ 'ਚ ਹੀ ਰਹਿ ਗਿਆ। ਸੰਗਤ ਗੱਜ ਕੇ ਆਖੋ ਸਤਨਾਮ। ਬੜਾ ਜ਼ੋਰ ਲਾਇਆ ਹੋਣਾ ਉਹਨਾਂ ਨੇ, ਬੜੇ ਦਿਮਾਗੀ ਬੰਦੇ ਵੀ ਸੱਦੇ ਹੋਣੇ, ਪਰ ਨਹੀਂ ਭਾਈ, ਇਹ ਘਰ ਸ਼ਰਧਾ ਵਾਲਾ ਹੈ। ਇੱਥੇ ਸ਼ਰਧਾ ਨਾਲ ਹੀ ਆਉਣਾ ਚਾਹੀਦਾ ਹੈ। ਇਹ ਭਗਵਾਨ ਸ੍ਰੀ ਚੰਦ ਦਾ ਘਰ ਹੈ, ਇਹ ਗੁਰੂ ਨਾਨਕ ਦਾ ਘਰ ਹੈ, ਇਹ ਬਾਬਾ ਗੁਰਦਿੱਤਾ ਜੀ ਦਾ ਘਰ ਹੈ। ਇੱਥੇ ਤਰਕ ਨਹੀਂ ਕਰਨੀ, ਇੱਥੇ ਕਿਸੇ ਦੀ ਨਿੰਦਿਆ ਨਹੀਂ ਕਰਨੀ। ਇੱਥੇ ਸਾਧਾ ਨਾਲ ਆ ਕੇ ਸੇਵਾ ਕਰੋਗੇ, ਤੁਹਾਡੀ ਭਾਵਨਾ ਪੂਰੀ ਹੋਏਗੀ। ਬਿਨ ਬੋਲਿਆ ਸਭ ਕੁਛ ਜਾਣਤ ਕਿਸ ਆਗਿਆ ਕੀਚੈ ਅਰਦਾਸ। ਤੁਹਾਨੂੰ ਮੰਗ ਕੇ ਕੁਛ ਮੰਗਣ ਦੀ ਲੋੜ ਨਹੀਂ ਪਏਗੀ। ਸ਼ਰਧਾ ਨਾਲ ਸੇਵਾ ਕਰੋਗੇ, ਤੁਹਾਡੇ ਘਰਾਂ ਦੇ ਵਿੱਚ ਬਾਬਾ ਬਾਲਕ ਦਾਸ ਜੀ ਭਗਵਾਨ ਸ੍ਰੀ ਚੰਦ ਦੀ ਬਰਕਤ ਵਰਤੇਗੀ। ਭਾਵਨਾ ਨਾਲ ਸੇਵਾ ਕਰੋਗੇ। ਭਾਵਨਾ ਨਾਲ ਸੇਵਾ ਕੌਣ ਕਰਦਾ ਹੈ? ਉਹ ਕਰਦਾ ਹੈ ਜਿਹੜਾ ਅੰਦਰੋਂ ਸੱਚਿਆਰ ਹੈ, ਜਿਹਦੀ ਕੋਈ ਈਰਖਾ ਨਹੀਂ, ਕਿਸੇ ਨਾਲ ਈਰਖਾ ਨਹੀਂ। ਤੇ ਸਾਧ ਸੰਗਤ, ਸਾਧੂ ਤਾਂ ਜਨਮ ਮਰਨ ਤੋਂ ਮੁਕਤ ਕਰ ਦਿੰਦਾ ਹੈ। ਵੈਦੋ ਨਾ ਬਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਕਸ਼ਮੀਰ ਦੇ ਮਹਾਂਪੁਰਖ ਸੀ ਬਾਬਾ ਮਾਧੋ ਦਾਸ ਜੀ। ਉਹ ਜਦੋਂ ਕਥਾ ਕਰਦੇ, ਬੜੇ ਦੂਰ ਦੂਰ ਤੋਂ ਸੰਗਤ ਉਹਨਾਂ ਤੋਂ ਕਥਾ ਸੁਣਨ ਆਉਂਦੀ। ਇੱਕ ਦਿਨ ਜਿਸ ਨਗਰੀ ਵਿੱਚੋਂ ਕਥਾ ਕਰਦੇ ਸੀ, ਉਸ ਨਗਰੀ ਦਾ ਜਿਹੜਾ ਰਾਜਾ ਸੀਗਾ, ਉਹਦੇ ਘਰ ਰਾਣੀ ਦਾ ਹਾਰ ਚੋਰੀ ਹੋ ਗਿਆ। ਜਦੋਂ ਹਾਰ ਚੋਰੀ ਹੋਇਆ ਤਾਂ ਹੁਣ ਤਾਂ ਲੌਸਮੈਂਟਾਂ ਕਰ ਦਿੰਦੇ ਨੇ ਸਪੀਕਰਾਂ 'ਚ। ਪੁਰਾਣੇ ਸਮਿਆਂ ਦੇ ਵਿੱਚ ਗਲ 'ਚ ਢੋਲ ਪਾ ਕੇ ਨਾ ਢਨੋਰਾ ਪਿੱਟਦੇ ਹੁੰਦੇ ਚੌਂਕ ਦੇ ਵਿੱਚ। ਨਾਲੇ ਢੋਲ ਵਜਾਉਣਾ ਤੇ ਨਾਲੇ ਰਾਜੇ ਦਾ ਹੁਕਮ ਸੁਣਾਉਣਾ। ਰਾਜੇ ਨੇ ਹੁਕਮ ਕਰ ਦਿੱਤਾ, ਕਹਿੰਦਾ ਵੀ ਜਿਹੜਾ ਸੂਰਜ ਢਲਣ ਤੋਂ ਬਾਅਦ ਇਸ ਨਗਰੀ ਦੇ ਆਲੇ ਦੁਆਲੇ ਕੋਈ ਤੁਰਦਾ ਫਿਰਦਾ ਨਜ਼ਰ ਆਇਆ, ਉਹਨੂੰ ਸਜ਼ਾ ਦਿੱਤੀ ਜਾਵੇਗੀ, ਸੂਲੀ ਤੇ ਟੰਗ ਦਿੱਤਾ ਜਾਊਗਾ। ਸੂਲੀ ਹੁੰਦੀ ਸੀ ਲੱਕੜ ਦੀ, ਉੱਪਰੋਂ ਤਿੱਖੀ ਹੁੰਦੀ ਸੀ।
ਜਿਹੜਾ ਜਿਹਨੇ ਰਾਜੇ ਦਾ ਹੁਕਮ ਨਾ ਮੰਨਿਆ ਉਹਨੂੰ ਸੂਲੀ ਤੇ ਟੰਗ ਦਿੱਤਾ ਜਾਵੇਗਾ। ਹੁਣ ਮੌਤ ਦਾ ਭੈ ਕਿਹਨੂੰ ਨਹੀਂ, ਸਾਰੀ ਦੁਨੀਆ ਮੌਤ ਦੇ ਭੈ ਵਿੱਚ ਹੈ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਮੌਤ ਦਾ ਡਰ ਕਿਹਨੂੰ ਨਹੀਂ? ਮੌਤ ਦਾ ਡਰ ਸਾਡੇ ਕਰਮ ਭੋਗਣ ਆਏ ਜੀਵਾਂ ਨੂੰ ਸਾਰਿਆਂ ਨੂੰ ਹੈ। ਜੇ ਹੈ ਨਹੀਂ ਤਾਂ ਸਾਧੂ ਸੰਤਾਂ ਨੂੰ ਨਹੀਂ। ਸੰਗਤ ਗੱਜ ਕੇ ਆਖੋ ਸਤਨਾਮ। ਸਾਧੂ ਸੰਤਾਂ ਦਾ ਆਉਣਾ ਹੀ ਧਰਤੀ ਤੇ ਕੀ ਹੁੰਦਾ ਹੈ? ਸਾਰੇ ਪ੍ਰੇਮ ਨਾਲ ਪੜ੍ਹੀਏ। ਸਾਰਿਆਂ ਨੇ ਮਾਈ ਭਾਈ ਵੀਰ ਬਜ਼ੁਰਗਾਂ ਨੇ ਆਪਣੀ ਰਸਨਾ ਪਵਿੱਤਰ ਕਰਨੀ ਹੈ, ਬੋਲਣਾ ਭਾਈ ਧਾਰਨਾ ਦੇ ਵਿੱਚ, ਤਾਂ ਹੀ ਆਪਣੀ ਹਾਜ਼ਰੀ ਲੱਗੇਗੀ। ਜੇ ਰਸਨਾ ਪਵਿੱਤਰ ਨਾ ਕੀਤੀ, ਜਿਹਦੀ ਰਸਨਾ ਦੇ ਵਿੱਚੋਂ ਰੱਬ ਦਾ ਨਾਮ ਨਹੀਂ ਨਾ ਬੋਲਿਆ ਜਾਂਦਾ, ਉਹ ਜੀ ਜੀਵ ਨੂੰ ਤਾਂ ਸੜ ਜਾਣਾ ਚਾਹੀਦਾ। ਸਾਰੇ ਪੜ੍ਹੀਏ ਪ੍ਰੇਮ ਨਾਲ। ਸਾਧੂ ਸੰਤ ਜਗ ਵਿੱਚ ਆਉਂਦੇ ਨੇ, ਸਾਧੂ ਸੰਤ ਜਗ ਵਿੱਚ ਆਉਂਦੇ ਨੇ, ਸੰਤ ਜਗ ਵਿੱਚ ਆਉਂਦੇ ਨੇ, ਸਾਧੂ ਸੰਤ ਜਗ ਵਿੱਚ ਆਉਂਦੇ ਨੇ। ਸਾਧੂ ਸੰਤ ਜਗ ਵਿੱਚ ਆਉਂਦੇ ਨੇ, ਸਾਧੂ ਸੰਤ ਜਗ ਵਿੱਚ ਆਉਂਦੇ ਨੇ, ਜਗ ਵਿੱਚ ਆਉਂਦੇ ਨੇ, ਸਾਧੂ ਸੰਤ ਜਗ ਵਿੱਚ ਆਉਂਦੇ ਨੇ। ਆਉਂਦੇ ਨੇ ਨਾਮ ਜਪਾਉਣ ਲਈ, ਸਾਧੂ ਸੰਤ ਜਗ ਵਿੱਚ ਆਉਂਦੇ ਵਿੱਚ ਆਉਂਦੇ ਨੇ, ਆਉਂਦੇ ਤੇਰੇ ਨਾਮ ਜਪਾਉਣ ਲਈ, ਸਾਧੂ ਸੰਤ ਜਗ ਵਿੱਚ ਆਉਂਦੇ ਨੇ, ਸਾਧੂ ਸੰਤ ਜਗ ਵਿੱਚ। ਤੇਰੇ ਨਾਮ ਜਪਾਉਣ ਲਈ, ਸਾਧੂ ਸੰਤ ਜਗ ਵਿੱਚ ਆਉਂਦੇ ਨੇ, ਸਾਧੂ ਸੰਤ ਜਗ ਵਿੱਚ ਆਉਂਦੇ ਨੇ। ਇਹ ਦੁਨੀਆ ਕੂੜ ਪਸਾਰਾ ਹੈ, ਦੁਨੀਆ ਕੂੜ ਪਸਾਰਾ ਹੈ, ਦੁਨੀਆ ਕੂੜ ਪਸਾਰਾ ਹੈ, ਦੁਨੀਆ ਕੂੜ ਪਸਾਰਾ ਹੈ। ਇਹ ਦੁਨੀਆ ਕੂੜ ਪਸਾਰਾ ਹੈ, ਦੁਨੀਆ ਕੂੜ ਪਸਾਰਾ ਹੈ। ਪਸਾਰਾ ਹੈ ਤੇ ਦੁਨੀਆ ਕੂੜ ਪਸਾਰਾ ਹੈ। ਸੰਤ ਆਉਂਦੇ ਨੇ ਸਮਝਾਉਣ ਲਈ, ਇਹ ਦੁਨੀਆ ਕੂੜ ਪਸਾਰਾ ਹੈ, ਦੁਨੀਆ ਕੂੜ ਪਸਾਰਾ ਹੈ। ਸੰਤ ਆਉਂਦੇ ਨੇ ਜਾਣ ਲਈ ਇਹ ਦੁਨੀਆ ਕੂੜ ਪਸਾਰਾ ਹੈ, ਦੁਨੀਆ ਕੂੜ ਪਸਾਰਾ ਹੈ। ਸਾਧੂ ਸੰਤਾਂ ਦਾ ਪਰਉਪਕਾਰ ਦਾ ਮਤਲਬ ਇਹ ਹੈ ਸਾਡੇ ਭੁੱਲੇ ਲੋਕਾਂ ਨੂੰ ਸਮਝਾਉਣਾ। ਸਾਧ ਸੰਗਤ ਜੀ ਉਹ ਕਥਾ ਕਰਦੇ ਸਨ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤਨਾ ਆਵੇ। मेरे राम राय तू संतां का संत, तेरे तेरे सेवक को बहु कुछ नहीं, जम नहीं आवे मेरे। वो कथा करते सन संत माधोदास जी, कहते जिस जीव के उपर अकाल पुरख का हथ होवे ओनू मौत का भय नहीं रहिंदा, ओनू मौत का डर नहीं रहिंदा। ते हक उस जीव के उपर हुंदा जेड़ा जीव अपने गुरु नाल कीता वचन पूरा करे। एवें नहीं कि सारिਆਂ ਦੇ गुरु का हथ हुंदा।
ਕਲਾਸ ਵਿੱਚ 100-150 ਵਿਦਿਆਰਥੀ ਹੁੰਦਾ ਹੈ, ਉਹਨਾਂ ਦੇ ਵਿੱਚੋਂ ਕਿੰਨੇ ਕੁ ਪਾਸ ਹੁੰਦੇ ਆ, ਕਿੰਨੇ ਕੁ ਟੀਚਰ ਦੇ ਪੜ੍ਹਾਈ ਦੇ ਉੱਪਰ ਧਿਆਨ ਦਿੰਦੇ ਆ। ਸਾਰੇ ਪਾਸ ਨਹੀਂ ਹੁੰਦੇ ਤੇ ਸਾਰੇ ਫੇਲ ਵੀ ਨਹੀਂ ਹੁੰਦੇ। ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿੰਨੀਆਂ ਸੰਗਤਾਂ ਬਾਬਾ ਮਾਧਵ ਦਾਸ ਜੀ ਕੋਲ ਕਥਾ ਸੁਣਨ ਆਉਂਦੀਆਂ, ਸਾਰਿਆਂ ਦੇ ਵਿੱਚੋਂ ਇੱਕ ਗੁਰਸਿੱਖ ਐਸਾ ਸੀ ਜਿਹਦਾ ਪਰਣ ਸੀ ਕਿ ਜਦੋਂ ਕਥਾ ਸੰਪੂਰਨ ਹੋਵੇਗੀ ਫਿਰ ਮਹਾਂਪੁਰਖਾਂ ਤੋਂ ਆਗਿਆ ਲੈ ਕੇ ਜਾਵਾਂਗਾ। ਬਾਣੀ ਕਹਿੰਦੀ ਹੈ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ। ਮਹਾਂਪੁਰਖਾਂ ਦਾ ਬਚਨ ਕਮਾਉਣਾ ਕੋਈ ਛੋਟੀ ਗੱਲ ਨਹੀਂ। ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਰੱਬ ਦਾ ਬਚਨ ਕਮਾਉਣਾ, ਗੁਰੂ ਦਾ ਬਚਨ ਕਮਾਉਣਾ ਕੋਈ ਛੋਟੀ ਗੱਲ ਨਹੀਂ। ਪੁੱਛੋ ਬਾਬੇ ਜੇਠੇ ਨੂੰ ਕਿਵੇਂ ਬਚਨ ਕਮਾਇਆ। ਜੀਵਨ ਦੇਖੋ ਬਾਬੇ ਜੇਠੇ ਦਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਥੜਾ ਬਣਾਓ, ਥੜਾ ਬਣ ਜਾਂਦਾ ਤੇ ਨਾਲ ਹੀ ਕਹਿ ਦਿੰਦੇ ਭਾਈ ਢਾ ਦਿਓ ਇਹਨੂੰ। ਥੜਾ ਬਣਾਓ, ਦੂਜੀ ਵਾਰ ਕਹਿ ਦਿੰਦਾ। ਬਾਬਾ ਰਾਮਦਾਸ ਜੀ ਨੇ ਫਿਰ ਬਣਾਤਾ, ਫਿਰ ਕਹਿੰਦੇ ਇਹਨੂੰ ਢਾਓ। ਲੋਕੀ ਕਹਿੰਦੇ ਗੱਲਾਂ ਕਰਦੇ ਨੇ, ਕਦੇ ਗੁਰੂ ਅਮਰਦਾਸ ਮਹਾਰਾਜ ਤਾਂ ਪਾਗਲ ਹੋ ਗਏ। ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਉਧਰੋਂ ਬਾਬਾ ਰਾਮਦਾਸ ਜੀ ਕਹਿੰਦੇ ਆ, ਕਹਿੰਦੇ ਮਹਾਰਾਜ ਸਾਡੀ ਮੱਤ ਨਾਲ ਬਣਾਇਆ ਥੜਾ ਤੁਹਾਨੂੰ ਚੰਗਾ ਨਹੀਂ ਲੱਗਦਾ, ਹੁਣ ਤੁਸੀਂ ਕਿਰਪਾ ਕਰੋ ਜਿਹੋ ਜਿਹਾ ਵੀ ਥੜਾ ਤੁਸੀਂ ਬਣਵਾਉਣਾ ਆਪ ਸਿਰ ਤੇ ਹੱਥ ਰੱਖ ਕੇ ਸਾਡੀ ਮੱਤ ਅਨੁਸਾਰ, ਨਾ ਆਪਣੀ ਮੱਤ ਅਨੁਸਾਰ ਬਣਵਾ। ਤੇ ਫਿਰ ਥੜੇ ਬਣਾਉਣ ਦੀ ਲੋੜ ਨਹੀਂ ਪਈ। ਬਾਬੇ ਰਾਮਦਾਸ ਨੂੰ ਗੁਰੂ ਰਾਮਦਾਸ ਬਣਾ ਦਿੱਤਾ। ਬਚਨ ਕਮਾਉਣਾ ਤਾਂ ਪੁੱਛੋ ਭਾਈ ਲਹਿਣੇ ਨੂੰ। ਭਾਈ ਲਹਿਣੇ ਦਾ ਜੀਵਨ ਵੇਖੋ। ਗੁਰੂ ਨਾਨਕ ਸਾਹਿਬ ਰਾਤ ਨੂੰ ਕਹਿ ਦਿੰਦੇ ਆ, ਲੈਣਿਆ ਤੂੰ ਸਾਥੋਂ ਲੈਣਾ ਤੇ ਅਸੀਂ ਤੇਰਾ ਦੇਣਾ। ਪੁੱਛੋ ਭਾਈ ਲੈਣੇ ਨੂੰ ਕਿ ਕਿਵੇਂ ਬਚਨ ਕਮਾਇਆ। ਗੱਲਾਂ ਨਾਲ ਬਚਨ ਨਹੀਂ ਕਮਾਇਆ ਜਾਂਦਾ। ਮੂੰਹ ਨਾਲ ਗੰਢ ਲਾ ਦਿੱਤੀ ਗੱਲ, ਬਚਨ ਨਹੀਂ ਕਮਾਇਆ ਜਾਂਦਾ। ਬਚਨ ਗੁਰੂ ਦੀ ਕਿਰਪਾ ਤੋਂ ਬਿਨਾਂ ਕਮਾਇਆ ਨਹੀਂ ਜਾਂਦਾ। ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਪੁੱਛੋ ਭਾਈ ਲੈਣੇ ਨੂੰ। ਰਾਤ ਨੂੰ ਕਹਿ ਦਿੰਦੇ ਆ ਗੁਰੂ ਨਾਨਕ ਸਾਹਿਬ, ਜਾ ਲੈਣਿਆ ਬਸਤਰ ਧੋ ਕੇ ਲਿਆ। ਭਾਈ ਲੈਣਾ ਜੀ ਰਾਤ ਨੂੰ ਜਾਂਦੇ ਆ ਗੋਦਾਵਰੀ ਦੇ ਕਿਨਾਰੇ। ਜਦੋਂ ਗੁਰੂ ਨਾਨਕ ਸਾਹਿਬ ਦੇ ਬਸਤਰ ਧੋਂਦੇ ਆ, ਸਾਫ਼ ਕਰਦੇ ਆ, ਗੁਰੂ ਨਾਨਕ ਸਾਹਿਬ ਦੇ ਬਸਤਰ ਧੋ ਕੇ ਸੁੱਕਣੇ ਪਾਏ ਤੇ ਦੁਪਹਿਰ ਦੀ ਰਾਤ ਨੂੰ ਗੁਰੂ ਨਾਨਕ ਸਾਹਿਬ ਦੇ ਬਸਤਰ ਸੁਕਾਉਣ ਵਾਸਤੇ ਸੂਰਜ ਚੜ ਗਿਆ। ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਬਸਤਰ ਸੁੱਕ ਗਏ, ਲੈ ਆਏ। ਗੁਰੂ ਨਾਨਕ ਸਾਹਿਬ ਹੱਸਦਿਆਂ ਲੈਣਿਆ ਬਸਤਰ ਧੋ ਲਿਆ। ਕਹਿੰਦਾ ਮਹਾਰਾਜ ਧੋਏ ਤਾਂ ਮੈਂ ਸੀ, ਸੁਕਾਤੇ ਤੁਸੀਂ। ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੰਦਰ ਆਉਣ ਤੋਂ ਰਾਤ ਹੈ, ਬਾਹਰ ਜਾਉਣ ਤੋਂ ਦਿਨ ਹੈ। ਭਾਈ ਲੈਣਾ ਕਹਿੰਦਾ ਗੁਰੂ ਨਾਨਕ ਦੇਵ ਸਾਹਿਬ ਨੂੰ, ਸੱਚੇ ਪਾਤਸ਼ਾਹ ਅੰਦਰ ਆਉਂ, ਤੁਹਾਡੇ ਚਰਨਾਂ ਚ ਆਉਣਾ ਤਾਂ ਰਾਤ ਹੈ, ਬਾਹਰ जाना तो दिन है। अब मैं क्या करूं, दिन है क्या रात है।
ਭਾਈ ਲਹਿਣੇ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ 10 ਲੈਣੇ ਆ ਦਿਨ ਹੈ ਕਿ ਰਾਤ? ਕਹਿੰਦਾ ਮਹਾਰਾਜ ਤੁਹਾਡੇ ਚਰਨਾਂ ਚ ਆਉਣਾ ਰਾਤ ਹੈ, ਥੋੜਾ ਬਚਨ ਮੰਨ ਕੇ ਬਾਹਰ ਜਾਣਾ ਦਿਨ ਹੈ। ਹੁਣ ਦੱਸੋ ਮੈਂ ਕੀ ਕਹਾਂ, ਦਿਨ ਹੈ ਕਿ ਰਾਤ ਹੈ? ਬਚਨ ਕਮਾਇਆ ਭਾਈ ਲਹਿਣੇ ਨੇ, ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਚਨ ਕਮਾਇਆ। ਦੇਖੋ ਭਾਈ ਦਾਤੂ ਨੇ ਲੱਕ ਮਾਰੀ ਸੀ ਤੀਜੇ ਪਾਤਸ਼ਾਹ ਦੇ, ਕਿੰਨੀ ਨਿਮਰਤਾ ਸੀ। ਗੁਰੂ ਤਾਂ ਲੱਕ ਮਾਰੀ ਤੋਂ ਨਹੀਂ ਬੋਲਿਆ, ਤੇ ਸਾਡੇ ਭੇਖ ਦੇ ਵਿੱਚ ਤੇ ਕੋਈ ਮਹਾਤਮਾ ਕਿਸੇ ਨੂੰ ਕੁਝ ਨਹੀਂ ਕਹਿੰਦਾ, ਬਿਨਾਂ ਲੱਕ ਮਾਰੀ ਬੋਲੀ ਜਾਂਦੇ ਆ। ਭਾਈ ਦਾਤੂ ਨੇ ਲੱਤ ਮਾਰੀ ਗੁਰੂ ਅਮਰਦਾਸ ਮਹਾਰਾਜ ਦੇ। ਗੁਰੂ ਨੇ ਪਤਾ ਕੀ ਕੀਤਾ? ਭਾਈ ਦਾਤੂ ਦਾ ਪੈਰ ਫੜਿਆ, ਪੈਰ ਫੜ ਕੇ ਨਾ ਉਹਨੂੰ ਕੁੱਟਣ ਲੱਗੇ। ਕਹਿੰਦੇ ਗੁਰੂ ਕੇ ਸਾਹਿਬਜ਼ਾਦੇ ਦੇ ਕੋਮਲ ਪੈਰ ਮੇਰੇ ਬੁੱਢੇ ਹੱਡਾਂ ਦੇ ਉੱਪਰ ਲੱਗੇ, ਕਿਤੇ ਇਹਨਾਂ ਦੇ ਕੋਮਲ ਪੈਰਾਂ ਨੂੰ ਕਿਤੇ ਚੋਟ ਨਾ ਲੱਗੇ। ਭਗਵਾਨ ਸ੍ਰੀ ਚੰਦ ਨੇ ਆਉਣਾ ਸੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਤਿਕਾਰ ਕਿੰਨਾ ਕੀਤਾ, ਆਲੇ ਦਾਲੇ ਪਾਣੀ ਦਾ ਛਿੜਕਾਅ ਕਰ ਦਿੱਤਾ। ਸੰਗਤਾਂ ਪੁੱਛਦੀਆਂ ਬਾਬਾ ਜੀ ਸੱਚੇ ਪਾਤਸ਼ਾਹ ਕਿਹਨੇ ਆਉਣਾ, ਇੰਨਾ ਸਤਿਕਾਰ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਭਗਵਾਨ ਸ੍ਰੀ ਚੰਦ ਨੇ ਆਉਣਾ, ਇਹ ਸਤਿਕਾਰ ਤਾਂ ਹੋ ਰਿਹਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਭਗਵਾਨ ਸ੍ਰੀ ਚੰਦ ਦਾ ਸਤਿਕਾਰ ਕਿੰਨਾ ਕੀਤਾ। ਸੁਖਮਨੀ ਸਾਹਿਬ ਦੀ ਉਚਾਰਿਆ ਤੇ 17ਵਾਂ ਸ਼ਲੋਕ ਹੈ ਜਿਹੜਾ ਉਹ ਗੁਰਬਾਣੀ ਵਿੱਚ ਦਰਜ ਕੀਤਾ ਭਗਵਾਨ ਸ੍ਰੀ ਚੰਦ ਦਾ। ਆਦ ਸੱਚ ਜੁਗਾਦ ਸੱਚ ਹੈ, ਭੇ ਸੱਚ ਨਾਨਕ ਹੋਸੀ ਭੇ ਸੱਚ। ਤੇ ਫਿਰ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਸੰਪੂਰਨ ਹੋਇਆ। ਗੁਰੂ ਨੇ ਗੁਰੂ ਕੇ ਸਾਹਿਬਜ਼ਾਦੇ ਨੂੰ ਮਾਣ ਦਿੱਤਾ, ਤੇ ਸਾਡੇ ਲੋਕਾਂ ਦਾ ਕਿੰਨਾ ਬੁਰਾ ਹਾਲ ਹੋਇਆ ਪਿਆ। ਵਡਿਆਈ ਜਰਨੀ ਵੀ ਬੜੀ ਔਖੀ ਹੈ। ਸੰਗਤ ਗੱਜ ਕੇ ਆਖੋ ਸਤਨਾਮ। ਇੱਕ ਗੁਰਸਿੱਖ ਦਾ ਪਰਨ ਸੀ, ਜੇ ਮਹਾਂਪੁਰਖਾਂ ਦੀ ਆਗਿਆ ਲੈ ਕੇ ਫਿਰ ਜਾਵਾਂਗਾ। ਉਸ ਦਿਨ ਪ੍ਰੀਖਿਆ ਪੈ ਗਈ। ਮਹਾਂਪੁਰਖ ਸਮਾਧੀ ਵਿੱਚ ਬੈਠੇ ਬਚਨ ਕਰਦੇ ਆ, ਤੇ ਉਧਰੋਂ ਸੂਰਜ ਢਲਣ ਲੱਗ ਗਿਆ। ਜਦੋਂ ਸੂਰਜ ਢਲਣ ਲੱਗ ਗਿਆ, ਉਹਨਾਂ ਲੋਕਾਂ ਜਿਹੜੀਆਂ ਸੰਗਤਾਂ ਵਿੱਚ ਬੈਠੇ ਸੀਗੇ ਸਾਰਿਆਂ ਦੇ ਧਿਆਨ ਚ ਦੀਗਾ, ਤੇ ਅੱਜ ਸੂਰਜ ਢਲਣ ਤੋਂ ਪਹਿਲਾਂ ਹੀ ਉੱਠ ਕੇ ਜਾਣਾ, ਨਹੀਂ ਰਾਜੇ ਨੇ ਸੂਲੀ ਤੇ ਟੰਗ ਦੇਣਾ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਨਾ ਰਾਜੇ ਦਾ ਹੁਕਮ ਮੰਨਿਆ ਸੂਲੀ ਤੇ ਟੰਗ ਦੇਣਾ। ਮਹਾਂਪੁਰਖ ਕਥਾ ਕਰਦੇ ਆ, ਸਮਾਂ ਵੱਧ ਲੱਗ ਗਿਆ, ਸੂਰਜ ਢਲ ਗਿਆ। ਸੂਰਜ ਢਲਦੇ ਢਲਦੇ ਸਾਰੇ ਪੰਡਾਲ ਦੇ ਵਿੱਚੋਂ ਸਾਰੀ ਸੰਗਤ ਉੱਠ ਕੇ ਚਲੀ ਗਈ। ਦੋ ਦੋ ਕਰਕੇ, ਚਾਰ ਚਾਰ ਕਰਕੇ ਸਾਰੀ ਸੰਗਤ ਉੱਠ ਕੇ ਚਲੀ ਗਈ। ਜਦੋਂ ਉੱਠ ਕੇ ਗਈ ਤਾਂ ਕੇਵਲ ਇੱਕ ਗੁਰਸਿੱਖ ਸੰਤ ਬਾਬਾ ਮਾਧੋ ਦਾਸ ਜੀ ਦੇ ਚਰਨਾਂ 'ਚ ਬੈਠਾ ਰਿਹਾ, ਜਿਹਦਾ ਪਰਨ ਸੀਗਾ ਜੇ ਮੈਂ ਸੰਤਾਂ ਦੀ ਆਗਿਆ ਲੈ ਕੇ ਜਾਊਂ, ਸੰਤਾਂ ਤੋਂ ਸੰਤਾਂ ਦਾ ਬਚਨ ਕਮਾਉਣਾ ਹੈ। ਜਦੋਂ ਮਹਾਂਪੁਰਖਾਂ ਨੇ ਕਥਾ ਦਾ ਪਾਇਆ ਭੋਗ, ਰਾਜੇ ਦੇ ਪਹਿਰੇਦਾਰ ਹੋ ਕੇ ਨਗਰੀ ਦੇ ਆਲੇ ਦੁਆਲੇ ਪਹਿਰਾ ਲਾਤਾ। ਜਦੋਂ ਪਹਿਰਾ ਲਾਇਆ ਸਾਧ ਸੰਗਤ ਜੀ, ਤਾਂ ਉੱਥੇ ਕੀ ਹੋਇਆ? ਉਹ ਗੁਰਸਿੱਖ ਸੰਤਾਂ ਦੇ ਚਰਨਾਂ 'ਚ ਨਮਸਕਾਰ ਕਰਦਾ ਹੈ, ਉਹ ਬੇਨਤੀ ਕਰਦਾ ਹੈ, ਬਾਬਾ ਜੀ ਤੁਸੀਂ ਅਰਥ ਕੀਤੇ ਹੈ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ।
बोल न जाने माया मत माता मरना चीतना, मेरे राम राय तू संतां का संत, तेरे सेवको पाओ किछ नाही जम नहीं आवे मेरे। तुसी अज महाराज का वचन कीता है, जे जिसने सिर उपर परमात्मा दा हथ होवे ओदा कोई बाल भी पिंगा नहीं कर सकता, पर तुसी किरपा करियो। महापुरख कहंदे चंगा गुरु रखिया करेगा तेरी, जो सिख गुरु का वचन मनदा उसकी रखिया भी गुरु करता है। की होया फिर राजे दे पहरेदारां ने फड़ लिया। वो कहंदे सारियां नूं राजे दे हुक्म दा पता है, तैनूं राजे दे हुक्म दा नहीं पता। राजे ने हुक्म किया है जो सूरज ढलण तो पहला पहला जे कोई पिंड चों नगर तो जाना है या किसी ने आना आ जा सकता है, जे शाम के वेले कोई फड़िया गया तो उन्हें सूली च टंग दिता जाऊ। वो गुरसिख कहता तेरे राजे का हुक्म मेरे गुरु तो बड़ा नहीं, संगत गज के आखो सतनाम श्री वाहिगुरु जी। तेरे राजे का हुक्म ये नगरी च दो चार नगरां च इलाके च चलता होवेगा, पर मेरे गुरु का हुक्म लोक ते परलोक विच चलदा। संगत गज के आखो सतनाम। लोक ते परलोक विच चलदा मेरे गुरु का हुक्म। जदों साध संगत जी गल हुई राजे दे दरबार च पेश किया, राजा कहता भाई जेड़े संतां नूं तू मनदा है वो तैनूं बचा लैणगे जदों सूली ते तैनूं टंग दूंगा। जदों तैनूं सूली ते टंग दिता सजा देवांगे उदों तैनूं वो साधु महात्मा लोग बचा लैणगे। उस गुरमुख दे परिवार नूं बुलाया, माँ बाप नूं बुलाया, भैणां भाइयां नूं बुलाया, कहते कोई इहदी हामी भरेगा। वो कहते जी जदों दी इहने सुरत संभालिया इहने एक दमना भी कमा के घरे नहीं दिता, एक दमड़ा भी कमा के परिवार को खर्च करने वास्ते नहीं दिता। जे अज तुसी कोई सानू जुर्माना लाओगे असीं कित्थों दवांगे। दुनिया दे साख संबंधी भैन भाई दोस्त मित्र सब सिवियां तक ही निभदे है, सिवियां तो कहा नहीं कोई जांदा। संगत गज के आखो सतनाम श्री वाहिगुरु जी। जदों पंज भौतिक शरीर नूं संस्कार करने वास्ते लै जाती है तो कुछ लोगों की रीत बनाई हुई है उत्थे डक्के तोड़ के सिवियां दे कोल छड्डे हुंदे विच, डक्के तोड़ने तोड़ के छिट देने। उहदा कारण यह हुंदा जे तेरा मेरा संबंध इत्थे तक ही सी, अज तू शरीर नूं छड्डता सानू मुड़ के दिखाई ना दई। संगत गज के आखो सतनाम श्री वाहिगुरु जी। बाणी दा प्रमाण है घर की नार बहुत हित जास्यो, सदा रहत संग लागी, जब ही अंश तजी है काया प्रेत प्रेत घर भागी। कहंदे बड़ा दूर ना जाओ, जेड़ी जीव दे घर वाली है सारी उम्र दुख सुख नाल करदी है बंदे दे। जिस दिन बंदा चढ़ाई कर जाता है ओदी मौत तो दूजे दिन दिखाई दे जे ना ओनू प्रेत कह के उतों डरना लग जाती है। संगत गज के आखो सतनाम श्री वाहिगुरु जी। ये बाणी का फैसला है। घर की नार बहुत इंतजास्यो, सदा रहत संग लगी, जब ही अंश तजी ए काया प्रेत प्रेत कर भागी। यह विद क्यों व्यवहार बन्यो है, जा स्यो ने हो लगाए अंत
ਅੰਤ ਵਾਰ ਨਾਨਕ ਬਨ ਹਰ ਜੀ ਕੋ ਕਾਮਨਾਏ। ਅੰਤ ਵੇਲੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਨੇ ਕੰਮ ਨਹੀਂ ਆਉਣਾ ਤੇ ਉਹੀ ਘਟਨਾ ਉਸ ਗੁਰਸਿੱਖ ਨਾਲ ਬਣੀ। ਜਦੋਂ ਮਾਂ ਬਾਪ ਨੇ ਜਵਾਬ ਦੇ ਦਿੱਤਾ, ਭੈਣਾਂ ਭਾਈਆਂ ਸਾਕ ਸੰਬੰਧੀਆਂ ਨੇ ਜਵਾਬ ਦੇ ਦਿੱਤਾ, ਕਹਿੰਦੇ ਜੀ ਇਹ ਸਜ਼ਾ ਦਾ ਹੱਕਦਾਰ ਹੈ ਨਾ ਹੈ, ਪਰ ਅਸੀਂ ਉਹਦੇ ਮਗਰ ਨਹੀਂ ਆ ਸਕਦੇ। ਫਿਰ ਰਾਜਾ ਕਹਿੰਦਾ ਵੀ ਇਉਂ ਦੱਸ ਕੋਈ ਹੋਰ ਹੈਗਾ ਜੇ ਕਿਸ ਨੂੰ ਬੁਲਾ ਕੇ ਤੇਰੀ ਹਾਮੀ ਓਟ ਲੈ। ਕਹਿੰਦੇ ਜੀ ਇੱਕ ਰਸਤਾ ਹੈ, ਜੇ ਮਹਾਂਪੁਰਖ ਬਾਬਾ ਮਾਧੋਦਾਸ ਜੀ ਨੂੰ ਬੁਲਾ ਲਓ। ਸੰਤਾਂ ਨੂੰ ਬੁਲਾਇਆ ਜਿਨ੍ਹਾਂ ਦੀ ਉਹ ਸੰਗਤ ਕਰਦਾ ਸੀ। ਐਵੇਂ ਨਹੀਂ ਕਹਿੰਦੇ ਸੰਤ ਰਾਮ ਹੈ ਦੇਖੋ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਪਰ ਕਿਰਤੀ ਨੂੰ ਚਲਾਉਣ ਵਾਸਤੇ ਜਿੰਨਾ ਅਕਾਲ ਪੁਰਖ ਦਾ ਹੱਥ ਹੈ, ਬਰੋਬਰ ਦਾ ਹੀ ਹੱਕ ਹੈ ਜਿਹੜਾ ਮਹਾਤਮਾ ਸਾਧੂ ਲੋਕਾਂ ਨੂੰ ਹੈ, ਬਰੋਬਰ ਦਾ। ਸਾਧੂ ਦੁਨੀਆ ਤੇ ਦੂਜਾ ਨਾਮ ਹੈ ਰੱਬ ਦਾ, ਸੰਗਤ ਗੱਜ ਕੇ ਆਖੋ ਸਤਨਾਮ। ਦੂਜਾ ਨਾਮ ਹੈ ਰੱਬ ਦਾ। ਤੇ ਉਹ ਜਦੋਂ ਗੁਰਸਿੱਖ ਦੇ ਸਾਹਮਣੇ ਬੁਲਾਇਆ, ਮਹਾਂਪੁਰਖਾਂ ਨੂੰ ਰਾਜਾ ਬੋਲਦਾ, ਸੰਤ ਜੀ ਹੁਣ ਇਹਨੇ ਰਾਜੇ ਦਾ ਹੁਕਮ ਨਹੀਂ ਮੰਨਿਆ, ਸਾਡੇ ਰਾਜ ਭਾਗ ਦਾ ਹੁਕਮ ਨਹੀਂ ਮੰਨਿਆ, ਇਹਨੂੰ ਸਜ਼ਾ ਲਾ ਦਿੱਤੀ, ਸੂਲੀ ਤੇ ਟੰਗ ਦੇਣਾ। ਤੁਸੀਂ ਇਹਦੀ ਹਾਮੀ ਭਰੋਗੇ? ਬਾਬਾ ਮਾਧੋਦਾਸ ਜੀ ਕਹਿੰਦੇ, ਸਾਰੇ ਪੜ੍ਹੀਏ ਪ੍ਰੇਮ ਨਾਲ, ਕੀ ਕਹਿੰਦੇ? ਕਹਿੰਦੇ ਰਾਜਨ ਤੇਰੇ ਵਿੱਚ ਇੰਨੀ ਤਾਕਤ ਨਹੀਂ ਹੈ ਜੇ ਗੁਰੂ ਨੂੰ ਮੰਨਣ ਵਾਲਿਆਂ ਨੂੰ ਤੂੰ ਸਜ਼ਾ ਦੇ ਸਕੇ। ਤੇਰੇ ਰਾਜ ਭਾਗ ਦੀ ਪਹੁੰਚ ਇੰਨੀ ਨਹੀਂ ਹੈ ਜੇ ਰੱਬ ਨੂੰ ਮੰਨਣ ਵਾਲੇ ਨੂੰ, ਸਾਧੂਆਂ ਦੇ ਸੰਗੀਆਂ ਨੂੰ ਤਾਂ ਜਮਦੂਤ ਹੱਥ ਨਹੀਂ ਪਾਉਂਦੇ, ਡਰਦੇ ਆ। ਪੰਕਤੀਆਂ ਪੜੀਆਂ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਸਭ ਤੋਂ ਜਿਹੜੀ ਭੈੜੀ ਮਾਰ ਹੈ ਇਹ ਦੁਨੀਆ ਵਿੱਚ ਨਹੀਂ, ਜਮਦੂਤਾਂ ਦੀ ਹੈ। ਸਭ ਤੋਂ ਭੈੜੀ ਕੁੱਟ ਹੈ ਜਿਹੜੀ, ਉਹ ਜਮਦੂਤਾਂ ਦੀ ਹੈ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਏਕ ਦੋ ਸਾਧੂ ਮੋਹਿ ਮਿਲਿਓ, ਤਿਨ ਲੀਆ ਅੰਚਲ ਲਾਏ। ਕੌਣ ਬਚਾਵੇਗਾ ਸਾਨੂੰ ਜਮਾਂ ਦੀਆਂ ਮਾਰਾਂ ਤੋਂ? ਪੂਰਾ ਸਾਧੂ ਬੁਲਾਏ ਪਹੁੰਚਾਏਗਾ, ਪੂਰਾ ਸਾਧੂ, ਪੂਰਾ ਸੰਤ, ਭਗਵਾਨ ਸ੍ਰੀ ਚੰਦ ਵਰਗਾ ਸੰਤ, ਬਾਬਾ ਬਾਲਕ ਦਾਸ ਜੀ ਵਰਗਾ ਸੰਤ, ਬਾਬਾ ਤਰਨਦਾਸ ਮਹਾਰਾਜ ਵਰਗਾ ਸੰਤ ਕੋਈ ਪੂਰਾ ਹੋਵੇ। ਕੋਈ ਪੂਰਾ ਹੋਵੇ, ਉਹ ਜਮਦੂਤਾਂ ਦੀ ਮਾਰ ਤੋਂ ਬਚਾਏਗਾ। ਤੇ ਜਦੋਂ ਮਹਾਂਪੁਰਖਾਂ ਨੂੰ ਪੁੱਛਿਆ, ਉਹ ਕਹਿੰਦੇ ਬਾਬਾ ਜੀ ਤੁਸੀਂ ਬਚਾ ਲਓਗੇ? ਤੇ ਸੰਤ ਬੋਲਦੇ ਆ, ਸੰਤਾਂ ਨੂੰ ਕਿਸੇ ਦਾ ਭੈ ਨਹੀਂ ਹੁੰਦਾ। ਜਿਹੜੀ ਜੇ ਕੋਈ ਚਰਨਾਂ 'ਚ ਰਾਜਾ ਆ ਜੇ ਉਹਨੂੰ ਵੀ ਉੱਡਾ ਹੀ ਮਾਨ ਸਤਿਕਾਰ, ਜੇ ਕੋਈ ਪਰਜਾ ਦਾ ਗਰੀਬ ਮਰਜੀ ਬੜਾ ਸਿੱਖ ਆ ਜੇ ਉਹਦਾ ਵੀ ਉਨਾ ਹੀ ਪਿਆਰ ਕਰਦੇ ਆ। ਸੰਗਤ ਜੀ ਪੜ੍ਹਦੇ ਮਹਾਂਪੁਰਖ ਸਾਰੇ, ਉਹ ਗੋਪੀ ਭਾਵੀ ਲੱਗਣ ਨਾ ਦੇਵੇ, ਜਿਨ੍ਹਾਂ ਦਾ ਰੱਖਿਆ ਆਪ ਹੋ ਗਿਆ। ਤੁਸੀਂ ਭਾਵੀ ਲੱਗਣ ਨਾ ਦੇਵੇ, ਜਿਨ੍ਹਾਂ ਰੱਖਿਆ ਆਪ ਹੋ
जिसके सिर ऊपर तू स्वामी सो दुख कैसा पावे बोल न जाने माया मत माता मरना जीतना आवे राम राय तू संतां का संत तेरे सेवक को बहु कुछ नहीं जम नहीं आवे निर इन्नी गल कही राजे नूं बड़ा गुस्सा आया क्योंकि जिंदगी च ना बंदा तीन नशियां का शिकार होया होया जां तां बंदा अपनी जवानी के नशे च पाप करदा ते जा बंदा अपनी चौधर के नशे च पाप करदा ते साध संगत ਜਾਂ ਉਹਨੂੰ ਮਾਇਆ ਦਾ ਹੰਕਾਰ ਹੈ ਤਾਂ ਪਾਪ ਕਰਦਾ ਹੈ ਇਹ ਤਿੰਨ ਨਸ਼ੇ ਜੀਵ ਨੂੰ ਬੰਦੇ ਨੂੰ ਟਿਕਣ ਨਹੀਂ ਦਿੰਦੇ ਧਰਤੀ ਤੇ ਪੈਰ ਹੀ ਨਹੀਂ ਲੱਗਣ ਦਿੰਦੇ ਚੌਧਰ ਦਾ ਨਸ਼ਾ ਜਵਾਨੀ ਦਾ ਨਸ਼ਾ ਤੇ ਮਾਇਆ ਦਾ ਨਸ਼ਾ ਇਹ ਤਿੰਨੇ ਬੰਦੇ ਰੱਬ ਦੇ ਘਰੋਂ ਖੁਸ਼ੀ ਲੈ ਹੀ ਨਹੀਂ ਸਕਦੇ ਤੇ ਜਿਹੜੇ ਖੁਸ਼ੀ ਲੈਣ ਵਾਲੇ ਹੁੰਦੇ ਆ ਨਾ ਉਹਨਾਂ ਦੇ ਪਾਟੇ ਕੱਪੜੇ ਪਾਏ ਹੁੰਦੇ ਆ ਉਹ ਦੱਸਦੇ ਨਹੀਂ ਜੇ ਅਸੀਂ ਅਮੀਰ ਵੀ ਆ ਉਹਨਾਂ ਨੇ ਸਭ ਦਾ ਬਚਨ ਮੰਨਣਾ ਸੰਗਤ ਵਿੱਚ ਸੇਵਾ ਕਰਨੀ ਹੈ ਸਾਧ ਸੰਗਤ ਬੜਾ ਕ੍ਰੋਧੀ ਹੋਇਆ ਰਾਜੇ ਨੇ ਗੁੱਸੇ ਵਿੱਚ ਆ ਕੇ ਕਹਿੰਦਾ ਵੀ ਸੂਲੀ ਮੰਗਾਓ ਸੂਲੀ ਮੰਗਾ ਲਈ ਤੇ ਉਹ ਗੁਰਮੁਖ ਨੂੰ ਜਦੋਂ ਲੱਗਿਆ ਨਾ ਸੂਲੀ ਤੇ ਚੜਾਉਣਾ ਸੰਤਾਂ ਨੇ ਪੰਕਤੀ ਪੜ੍ਹੀ ਕਹਿੰਦੇ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਰਾਜ ਨੇ ਕਿਹੜੇ ਚੱਕਰਾਂ 'ਚ ਤੁਰਿਆ ਫਿਰਦਾ ਰੱਬ ਨੇ ਆਪਣੇ ਪਿਆਰਿਆਂ ਨੂੰ ਜਮਦੂਤਾਂ ਨੂੰ ਹੱਥ ਨਹੀਂ ਪਾਉਣ ਦਿੱਤਾ तेरी की मजाल है नाम जपण वाले नूं सूली ते टंग देगा जो सूली ते चढ़ाया सूली भुर के थले नूं आ गई संगत गज के आखो सतनाम करया सी ना महापुरखा ने बचन जिसके सिर ऊपर तू स्वामी सो दुख ऐसा पावे चरना ते नहीं पिया राजा महापुरखा दे कहना बाबा जी कृपा करो मैनू चरना नाल जोड़ लो ते फिर वो संत पूरा सी ना जे तां अधूरा हुंदा तां अपने नाल जोड़ लैंदा कहंदा राजन ये अपनी चौधर के नशे नूं इत्थे छड्ड के जाई निमाणा सिख बन के जाई तैनूं चरना नाल गुरु अर्जन देव सच्चे पातशाह दे चरना नाल जोड़ दिंदे जेड़े दर नाल मैं जुड़िया जे जिथों मैनू बरकत मिली है जिथों मैनू ये शक्ति मिली है उस दर ते तेनू लेके चलिया जाना पर जे तू कहे ना तू राजा है उत्थे दुनिया के राजे सिर झुकाउंदे आ संगत गज के आखो सतनाम श्री वाहिगुरु जी गुरु अर्जन देव सच्चे पातशाह दे चरनां विच ले गए संत बाबा माधोदास जी बेनती करते हैं सच्चे पातशाह कृपा करो बख्श लो जिसनों बख्श लहे मेरे प्यारे सो जस तेरा करनी इहनूं करनी कहंदे आ करनी नाल प्रचार होया सिੱਖੀ ਦਾ उदासी मत का जिन्ना प्रचार होया भगवान श्री चंद ने किया बाबा गुरदत्ता जी ने किया वो करनी नाल होया हुण भी डेरिया जो जाने स्थानां ते जाने हुण भी करनी वरतदी है हुण भी किन्नियां दी श्रद्धा पूरी हुंदी है किन्नियां दी भावना पूरी हुंदी है किन्नियां दी अरदास सुनते हैं महाराज ते जिहड़े कताहियां करते हैं डेरियां च आके ते उन्हां नूं सजा भी मिलती है साडे चांगली ना बड़ा एक सुप्रीम डेरा है बजुर्ग दस्या करते सी कहते जे कोई उत्थे ना कोई चोरी चीज चक लैंदा कदे अखां दोना हो जाता
कदे अखा तोड़ना हो जाता सी। ये करनी है, महात्मा की करनी है। ये करनी सानू किताबां जो थोड़ी मिलनी है, ये अभ्यास करके साधुओं का वचन मन के मिलनी है। ये करनी है बाबा बालक दास जी की, जिन्हां दी किरपा नाल यह स्थान आबाद होया। इत्थे महापुरख श्रीमान संत बाबा बूटी दास जी, श्रीमान संत बाबा सतनाम दास जी, संत बाबा हरमनदास जी, संत बाबा कालीदास जी, होर बहुत महापुरख इस धरती में भाग लाए। हुण इत्थों दे जिहड़ी बाबा बालक दास जी की किरपा वरतदी है, भावें इन्ने क महात्मा इत्थे आए भाग ला रहे हैं, पर जिहड़ी असली गल है इत्थों दे जिहड़े महंत ने बाबा कालीदास जी ने, संगत गज के आखो सतनाम श्री वाहिगुरु। सुप्रीम पावर महंत बूटी दास जी वर्गे महापुरुष, सरपरस्ती इन्हां दी है। भाई इस स्थान को आबाद करना है, गुरु की करनी नूं दुनिया च दसना है, यह संतां दा काम है। संत राम है एको, गुरबाणी तो कहती है संत ते राम दोने एक ही ने। जिन्ना चिर कबीर भगत कबीर का लोगों को पता नहीं लग्या, कबीर नूं लोग जला के आवाजा मारते रहे। जिस दिन संगला नाल बन के भगत कबीर जी नूं पानी च छुट दिता, भगवान ने उन्होंने पानी च चक लिया, तैरन लगे। ते उस दिन फिर राम कबीरा एक भय है कोई ना सकै पछानी। भगत ते गुरु एको ही है, संगत गज के आखो सतनाम। संत ते चेला संत दा इको ही है। हुण अपना सारिया ने बाबे बालक दास जी के दर्शन करने हैं, तो इत्थों दे महात्मा दे विचों होणगे। संगत गज के आखो सतनाम श्री वाहिगुरु। बड़ी अपार बख्शिश है महापुरखां दी। सो सारिया ने बढ़ चढ़ के सेवा करनी है, क्योंकि इत्थे इमारत की भी बहुत कमी है। एक कल्ले बंदे दे बस का काम नहीं, संगत के सहयोग नाल ही यह स्थान की सेवा चलती है। जिन्ना संगतां ने सेवा की है, उन्हां दी सेवा अनाउंस करने भाई महापुरखां वालों हुक्म है। स्वर्गवासी जगन सिंह जी के परिवार वालों कमाल की गल है। जगन सिंह संसार पे नहीं है, ਉਹਦੇ नाम के अगे स्वर्ग ला दिता। स्वर्ग क्यों लग्या? क्योंकि उन्होंने सेवा की है भाई। ये सेवा की थाए पैंदी है। ये ना सोचो कि असीं सेवा की, सेवा करते हैं जी साडी रब सुनता नहीं, पर सेवा भावना नाल करो। सेवा भावना नाल करोगे तो महापुरुष सुनणगे। जो तुहाडे च भावना नहीं, माया तो कंजरां कोल थोड़ी हुंदी है, स्टेजां ते नच्चण वालियां कोल थोड़ी हुंदी है। श्रद्धा नाल भावना नाल हुण कीती है सेवा। स्वर्गवासी जगन सिंह के परिवार वालों 5500 रुपया सेवा। परिवार नूं सन्मान करना है भाई। जगन सिंह के परिवार नूं जिन्होंने 5500 रुपया सेवा की है, पहुंचने की कृपालता करो। करम सिंह कनेडा वाले 5500 रुपया सेवा। स्वर्गवासी मास्टर महेंद्र सिंह जी के परिवार वालों
7400 रुपया सेवा बाबा जी बूटी राज जी 5000 रुपया सेवा सुखमन सिंह पुत्रा गुरमीत सिंह जुके 11000 रुपया सेवा राजकुमार हीर पिंड जलंधर जुके 9500 रुपया सेवा महेंद्र कौर पत्नी स्वर्गवासी उधम सिंह 5000 रुपया सुखविंदर सिंह सन ऑफ हमीर सिंह USA 11000 रुपया सारे परिवारां नूं बेनती है भाई कमेटी वालों महापुरखों वालों सन्मान दिता जाना है जिन्हों ने सेवा की है। भाई जगन सिंह का परिवार का एक बंदा पहुंचो, भाई करम सिंह का परिवार का एक बंदा पहुंचो, महेंद्र सिंह के परिवार वालों एक सिंह आओ, बाबा जी का खड़े ही ने इत्थे भाई सुखमन सिंह राजकुमार जी महेंद्र कौर माता जी सुखविंदर सिंह जी सारे स्टेज पे पहुंचो। गुरु घर वालों सन्मान बाबा जी के स्थान वालों सन्मान होना है। आया नहीं माता महेंद्र कौर माता जी है नहीं इतने माता जी पहुंचने की कृपालता करो भाई सेवा की है सेवा का सन्मान ले जाओ। गुरु साहब के लिए पिठ करके खड़े हो जाता बाहर हो जाओ या अंदर हो जाओ। इधर आ जाओ बापू जी इधर आ जाओ। मास्टर महेंद्र सिंह का परिवार पहुंचने की कृपालता करो भाई एक सिंह बोले सो निहाल बोले सो निहाल सत श्री अकाल। हुण महापुरख साडे बहुत ही सत्कारयोग साडे बड़े वीर बाबा बूटी राज जी जिन्हों का सन्मान नगर दरेड़ा भैनी वालों किया जा रहा है। बोले सो श्री अकाल। हुण साडे महात्मा बाबा कालीदास जी बाबा कालीदास जी का जिहड़ा सन्मान है वो स्थान वालों कमेटी वालों किया जाना है। एक मैं बेनती करदा कमेटी मैंबरां नूं सारिआं नूं बोले सो